ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਰੋਮ ਰੋਮ ਕੋਟ ਬ੍ਰਹਮਾਂਡ ਕੋ ਨਿਵਾਸ ਜਾਸ, मानस अवतार धार दर्श दिखाए हैं। एक मन पुरख ध्याए मर दाता, संत सहार सदा विख्याता। तास चरण ले हृदय बसावो, तौ परम गुरु नानक गुण गावो। गावो गुण परम गुरु सुख सागर, दुरत निवारण शब्द सरे। गावह गंभीर धीर मत सागर, जोगी जंगम ध्यान तरे। गावह इंद्राद भगत प्रहलादिक, आत्म रस जिन जानियो। कब कल सुजस गावो गुर नानक, राज जोग जिन मानियो। तू सांझा साहिब बाप हमारा, नौ निध तेरा अखुट भंडारा। खत्री ब्राह्मण सूद वैस, सब एक नाम तरानथ। गुर नानक उपदेश कहत है, जो सुनै सो पार परानथ। सतनाम श्री वाहिगुरु साहिब जी। आदक कवन विचार कथियले, सुन कहा कर वासो। ज्ञान की मुद्रा कवन कथियले, घट घट कवन निवासो। आद को कवन विचार कथियले, सुन कहा कर वासो। ज्ञान की मुद्रा कवन कथियले, घट घट कवन निवासो। काल का ठीगा क्यों जलाइयले, क्यों निर्भव कर जाइए। सहज संतोख का आसन जाने, क्यों छेदे पैराइए। गुर का शब्द हमें दिख मारे, ता निज घर होवे वासो। जिन रच रचिया तिस शब्द पछाणै, नानक ताका दासो। गुर का शब्द हमें बिख मारे, ता निज घर होवे वासो। जिन रच रचिया तिस शब्द पछाणै, नानक ताका दासो। वाहिगुरु जी का खालसा, वाहिगुरु जी की फतेह। जाहर जहूर हाजिर हजूर सर्व कला भरपूर, पद पावन भगत वत्सल अंतरजामी किरपा दे खजाने। दसां पातशाहियां दी जोत, तखत चौर छत्र दे मालक धन श्री गुरु ग्रंथ साहिब जी महाराज
ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਅੰਮ੍ਰਿਤ ਵੇਲੇ ਤੋਂ ਆਪਣੇ ਅੰਮ੍ਰਿਤਮਈ ਦਰਸ਼ਨ ਬਖਸ਼ਿਸ਼ ਕੀਤੇ। ਪੰਜ ਬਾਣੀਆਂ ਦਾ ਨਿਤਨੇਮ ਹੋਇਆ। ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਸ੍ਰੀ ਆਨੰਦ ਸਾਹਿਬ ਉਪਰੰਤ ਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਪੂਰਨ ਆਸਾ ਕੀ ਵਾਰ ਦਾ ਕੀਰਤਨ ਹੋਇਆ ਹੈ। ਪਾਰ ਬ੍ਰਹਮ ਹੋਆ ਸਹਾਈ, ਕਥਾ ਕੀਰਤਨ ਸੁਖਦਾਈ। ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਨੇ ਆਪ ਨਿਰਗੁਣ ਤੋਂ ਸਰਗੁਣ ਹੋ ਕਰਕੇ ਇਹ ਸਤ ਸੰਗਤ ਸੰਸਾਰ ਦੇ ਵਿੱਚ ਕਾਇਮ ਕੀਤੀ। ਆਪ ਬਾਣੀ ਦੀ ਬਖਸ਼ਿਸ਼ ਕੀਤੀ। ਆਪ ਮਹਾਰਾਜ ਸਾਹਿਬ ਜੀ ਨੇ ਇਹ ਕੀਰਤਨ ਦੀ ਔਰ ਕਥਾ ਦੀ ਦਾਤ ਬਖਸ਼ੀ ਔਰ ਸੰਸਾਰ ਦੇ ਜੀਵਾਂ ਨੂੰ ਸਦਾ ਦਾ ਸੁੱਖ ਦੇਣ ਵਾਸਤੇ, ਆਤਮਿਕ ਸੁੱਖ ਦੇਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਜੋਤੀ ਸਰੂਪ ਨੇ ਆਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਰੂਪ ਹੋ ਕਰਕੇ ਤੇ ਸੰਸਾਰ ਦੇ ਵਿੱਚ ਇਹ ਕੀਰਤਨ ਦਾ ਪ੍ਰਵਾਹ, ਬਾਣੀ ਦਾ ਪ੍ਰਵਾਹ, ਕਥਾ ਦਾ ਪ੍ਰਵਾਹ ਚਲਾਇਆ। ਸਤ ਸੰਗਤ ਕਾਇਮ ਕੀਤੀ ਕਿ ਸਦਾ ਵਾਸਤੇ ਜੀਵਾਂ ਦੀ ਕਲਿਆਣ ਹੁੰਦੀ ਰਹੇ। ਨਾਮ ਨਾਲ ਜੁੜ ਕਰਕੇ, ਸੇਵਾ ਸਿਮਰਨ ਦੇ ਨਾਲ ਜੁੜ ਕਰਕੇ। ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵੇਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿ ਉਤਾਰਨ ਕਉ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਵਾਹਿਗੁਰੂ ਨੇ ਆਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਰੂਪ ਧਾਰ ਕੇ ਸੰਸਾਰ ਦੀ ਕਲਿਆਣ ਹਿੱਤ ਮਹਾਰਾਜ ਸਾਹਿਬ ਜੀ ਨੇ ਪੰਥ ਚਲਾਇਆ ਹੈ। ਜਿਵੇਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਚਿੱਤਰ ਨਾਟਕ ਬਾਣੀ ਦੇ ਵਿੱਚ ਫਰਮਾਉਂਦੇ ਹਨ। ਗਰੀਬ ਨਵਾਜ ਦਾ ਬਚਨ ਹੈ, ਤਿੰਨ ਇਹ ਕਲਮੋ ਧਰਮ ਚਲਾਇਓ। ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਇਸ ਕਲਯੁਗ ਦੇ ਸਮੇਂ ਵਿੱਚ ਧਰਮ ਚਲਾਇਆ ਹੈ। ਤਿੰਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹੋ ਬਤਾਇਓ। ਜੋ ਤਾਂ ਕੇ ਮਾਰਗ ਮਹਿ ਆਏ, ਤੇ ਕਬਹੁ ਨਹੀਂ ਪਾਪ ਸੰਤਾਏ। ਜੇ ਜੇ ਪੰਥ ਤਮਨ ਕੇ ਪਰੇ, ਪਾਪ ਤਾਪ ਤਿਨ ਕੇ ਪ੍ਰਭ ਹਰੇ। ਦੁਖ ਭੂਖ ਕਬਹੁ ਨਾ ਸੰਤਾਏ, ਜਾਲ ਕਾਲ ਕੇ ਬੀਚ ਨਾ ਆਏ। ਜਿਹੜੇ ਜੀਵ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਪਏ, ਉਹਨਾਂ ਨੂੰ ਫਿਰ ਦੁੱਖਾਂ ਨੇ, ਭੁੱਖ ਨੇ ਨਹੀਂ ਸਤਾਇਆ ਹੈ। ਉਹ ਕਾਲ ਦੇ ਜਾਲ ਦੇ ਵਿੱਚ ਵੀ ਨਹੀਂ ਫਸੇ। ਉਹਨਾਂ ਦੀ ਬੰਦ ਖਲਾਸੀ ਹੋ ਗਈ, ਉਹਨਾਂ ਨੂੰ ਕਲਿਆਣ ਪ੍ਰਾਪਤ ਹੋਈ। ਵੈਸੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਲੜੀਵਾਰ ਰੂਪ ਦੇ ਵਿੱਚ ਸਿੱਧ ਗੋਸ਼ਟ ਬਾਣੀ ਦੁਆਰਾ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜੋ ਸਿੱਧਾਂ ਵੱਲੋਂ ਮਹਾਰਾਜ ਸਾਹਿਬ ਜੀ ਨੂੰ ਸੁਮੇਰ ਪਰਬਤ ਦੇ ਉੱਤੇ ਸਵਾਲ ਕੀਤੇ, ਇਸੇ ਤਰ੍ਹਾਂ ਅਚਲ ਬਟਾਲੇ ਦੀ ਧਰਤੀ ਤੇ ਹੋਰ ਵੱਖ-ਵੱਖ ਥਾਵਾਂ ਤੇ ਗੁਰੂ ਸਾਹਿਬ ਜੀ ਨੇ ਸਿੱਧਾਂ ਦੇ ਕੀਤੇ ਹੋਏ ਸਵਾਲਾਂ ਦੇ ਉੱਤਰ ਦਿੱਤੇ। ਅੱਜ ਦਾ ਜੋ ਪਵਿੱਤਰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ, 1ਵੀਂ ਪੌੜੀ ਤੋਂ ਮਹਾਰਾਜ ਸਾਹਿਬ ਜੀ ਆਰੰਭ ਕਰ ਰਹੇ ਹਨ। 940 ਅੰਗ ਤੋਂ ਇਹ ਸਿੱਧ ਗੋਸ਼ਟ ਨਾਮ ਦੀ ਬਾਣੀ 1ਵੀਂ ਪੌੜੀ ਤੋਂ ਅੱਜ ਦੀ ਆਰੰਭਤਾ ਹੋ ਰਹੀ ਹੈ। ਜਿਵੇਂ ਸਿੱਧ ਮਹਾਰਾਜ ਸਾਹਿਬ ਜੀ ਨੂੰ ਸਵਾਲ ਕਰ ਰਹੇ ਹਨ, ਗੁਰੂ ਸਾਹਿਬ ਜੀ ਉੱਤਰ ਦੇ ਰਹੇ। ਸ਼ਰਧਾ ਭਾਵਨਾ ਸਹਿਤ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਸਭ ਮਾਈ ਭਾਈ। ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਹਾਂ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਆਦ ਕਉ ਕਵਨ ਵਿਚਾਰ ਕਥੀਅਲੇ। ਇਹ ਸਿੱਧਾਂ ਵੱਲੋਂ ਸਵਾਲ ਕੀਤਾ ਗਿਆ ਹੈ ਕਿ ਮਹਾਰਾਜ ਆਪ ਜੀ ਦੱਸੋ, ਇਹ ਸ੍ਰਿਸ਼ਟੀ ਦੇ ਮੁੱਢ ਦੇ ਵਿੱਚ ਆਦਿ ਕਉ ਕਵਨ ਵਿਚਾਰ ਕਥੀਅਲੇ। ਆਦਿ ਦਾ ਜੋ ਵਿਚਾਰ ਹੈ, ਸ੍ਰਿਸ਼ਟੀ ਦੀ ਆਰੰਭਤਾ ਦਾ, ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਉਸ ਵੇਲੇ ਦਾ ਕਵਨ ਵਿਚਾਰ, ਕਿਸ ਪ੍ਰਕਾਰ ਦਾ ਮਹਾਰਾਜ ਵਿਚਾਰ ਜੋ ਹੈ ਉਹ ਕਥਨ ਕੀਤਾ ਜਾਂਦਾ। ਆਪ ਜੀ ਦੀ ਉਸ ਸੰਬੰਧ ਦੇ ਵਿੱਚ ਕੀ ਵਿਚਾਰ ਹੈ ਕਿ ਸ੍ਰਿਸ਼ਟੀ ਦੇ ਆਦਿ ਦੇ ਵਿੱਚ ਕੌਣ ਸੀ? ਆਦਿ ਕਉ ਕਵਨ, ਸ੍ਰਿਸ਼ਟੀ ਦੇ ਮੁੱਢ ਦੇ ਵਿੱਚ ਕੌਣ ਸੀ? ਤੇ ਸ੍ਰਿਸ਼ਟੀ ਦੇ ਆਦਿ ਦੀ ਵਿਚਾਰ ਕੈਸੀ ਹੈ? ਜਿਸ ਵੇਲੇ ਸ੍ਰਿਸ਼ਟੀ ਇਹ ਹੋਂਦ ਵਿੱਚ ਨਹੀਂ ਸੀ ਆਈ, ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਹੋਈ, ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਦਾ ਜੋ ਵਿਚਾਰ ਹੈ ਉਹ ਮਹਾਰਾਜ ਕਥਨ ਕਰਕੇ ਦੱਸੋ। ਸੁਨ ਕਹਾ ਘਰ ਵਸ। ਤੇ ਜੋ ਸੁਨ ਸਰੂਪ ਹੈ, ਅਫੁਰ ਸਰੂਪ ਬ੍ਰਹਮ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਉਸ ਸੁਨ ਸਰੂਪ ਦਾ ਕਹਾ ਘਰ ਵਸ, ਕਿਹੜੇ ਘਰ ਦੇ ਵਿੱਚ ਉਸ ਮੌਕੇ ਤੇ ਵਾਸਾ ਸੀ? ਉਹ ਅਫੁਰ ਸਰੂਪ ਸੁਨ ਸਰੂਪ ਕਿੱਥੇ ਰਹਿੰਦਾ ਸੀ ਜਿਸ ਵੇਲੇ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਹੋਈ? ਗਿਆਨ ਕੀ ਮੁਦਰਾ ਕਵਨ ਕਥੀਅਲੇ। ਮਹਾਰਾਜ ਫਿਰ ਇਹ ਵੀ ਕਿਰਪਾ ਕਰਕੇ ਦੱਸੋ ਕਿ ਜੋ ਗਿਆਨ ਹੈ, ਉਸ ਬ੍ਰਹਮ ਦਾ ਗਿਆਨ ਹੈ, ਪ੍ਰਭੂ ਦਾ ਗਿਆਨ ਹੈ, ਉਸ ਗਿਆਨ ਦੀ ਕਿਹੜੀ ਮੁਦਰਾ ਹੈ? ਉਹ ਮੁਦਰਾ ਨੂੰ ਵੀ ਮਹਾਰਾਜ ਕਥਨ ਕਰੋ। ਮੁਦਰਾ ਤੋਂ ਭਾਵ ਹੈ ਨਿਸ਼ਾਨੀ, ਚਿੰਨ੍ਹ। ਜੋ ਗਿਆਨ ਦੀ ਕੀ ਨਿਸ਼ਾਨੀ ਹੈ? ਗਿਆਨਵਾਨ ਦੀ ਨਿਸ਼ਾਨੀ ਕੀ ਹੈ? ਗਿਆਨ ਦੀ ਕਿਵੇਂ ਪਰਖ ਹੋਵੇਗੀ? ਗਿਆਨ ਦਾ ਕੀ ਚਿੰਨ੍ਹ ਹੈ, ਕੀ ਨਿਸ਼ਾਨੀ ਹੈ? ਇਹ ਵੀ ਮਹਾਰਾਜ ਗਿਆਨ ਦੀ ਮੁਦਰਾ ਵੀ ਕਿਸ ਪ੍ਰਕਾਰ ਦੇ ਨਾਲ ਆਪ ਕਥਨ ਕਰਦੇ ਹੋ, ਆਪ ਕਥਨ ਕਰਕੇ ਦੱਸੋ। ਘਾਟ ਘਾਟ ਕਵਨ ਨਿਵਾਸ। ਫਿਰ ਘਟਾਂ ਘਟਾਂ ਦੇ ਵਿੱਚ ਸਾਰੇ ਥਾਵਾਂ ਦੇ ਉੱਤੇ ਕਿਸ ਦਾ ਵਾਸਾ ਹੈ? ਕੌਣ ਵਸਿਆ ਹੋਇਆ ਹੈ ਘਟਾਂ ਘਟਾਂ ਦੇ ਵਿੱਚ? ਇਹ ਕਿਰਪਾ ਕਰਕੇ ਦੱਸੋ ਆਪ ਜੀ। ਕਾਲ ਕਾ ਠੀਕਾ ਕਿਉ ਜਲਾਈ ਵਾਲੇ। ਫਿਰ ਮਹਾਰਾਜ ਇਹ ਵੀ ਸਾਡਾ ਸਵਾਲ ਹੈ ਵੀ ਜੋ ਕਾਲ ਦਾ ਠੀਗਾ, ਕਾਲ ਦਾ ਠੀਗਾ ਕਹੀਏ ਸੋਟਾ ਹੈ ਨਾ, ਉਹ ਸੋਟਾ ਮਹਾਰਾਜ ਕਿਵੇਂ ਜਲਾਇਆ ਜਾ ਸਕਦਾ? ਜਿਹੜਾ ਕਾਲ ਦਾ ਠੀਗਾ ਸੋਟਾ ਬੜਾ ਭਿਆਨਕ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੋਹ ਮਿਲਿਓ ਤਿਨ ਲੀਆ ਅੰਚਲ ਲਾਏ। ਕਿ ਜਮਾਂ ਦਾ ਸੋਟਾ ਬੜਾ ਸਹਾਰਨਾ ਕਠਨ ਹੈ, ਉਹ ਬੁਰਾ ਹੈ, ਉਹ ਨਹੀਂ ਸਹਿਆ ਜਾਏ, ਉਹ ਸਹਾਰਿਆ ਨਹੀਂ ਜਾਂਦਾ। ਭਗਤ ਜੀ ਕਹਿੰਦੇ ਕਿ ਮੈਨੂੰ ਤਾਂ ਇੱਕ ਸਾਧੂ ਮਿਲ ਪਿਆ, ਆਪਣੇ ਪੱਲੇ ਲਾ ਲਿਆ ਸਾਧੂ ਨੇ, ਇਸ ਕਰਕੇ ਮੈਂ ਉਸ ਜਮਾਂ ਦੇ ਸੋਟੇ ਤੋਂ ਬਚ ਗਿਆ। ਮੈਨੂੰ ਤਾਂ ਸ੍ਰੀ ਰਾਮਾਨੰਦ ਜੀ ਮਿਲ ਗਏ। ਏਕ ਜੋ ਸਾਧੂ ਮੋਹ ਮਿਲਿਓ ਤਿਨ ਲੀਆ ਅੰਚਲ ਲਾਏ। ਪਰ ਆਮ ਕਰਕੇ ਉਹ ਜੀਵਾਂ ਤੋਂ ਸਹਾਰਨਾ ਬੜਾ ਕਠਨ ਹੈ। ਸਿੱਧ ਕਹਿੰਦੇ ਮਹਾਰਾਜ ਜਿਹੜਾ ਕਾਲ ਦਾ ਸੋਟਾ ਹੈ, ਕਾਲ ਦੀ ਸੱਟ ਹੈ, ਕਿਉਂ ਜਲਾਈ ਵਾਲੇ? ਉਹਨੂੰ ਕਿਵੇਂ ਜਲਾਇਆ ਜਾਵੇਗਾ? ਉਹਨੂੰ ਕਿਵੇਂ ਸਾੜ ਦਿੱਤਾ ਜਾ ਸਕਦਾ ਹੈ? ਕਾਲ ਦੇ ਸੋਟੇ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਕਿਉ ਨਿਰਭਉ ਘਰ ਜਾਈਐ। ਤੇ ਜੋ ਨਿਰਭਉ ਘਰ ਹੈ, ਜਿੱਥੇ ਡਰ ਕੋਈ ਨਹੀਂ ਰਹਿ ਜਾਂਦਾ, ਉਹ ਪ੍ਰਭੂ ਦਾ ਘਰ, ਡਰ ਤੋਂ ਰਹਿਤ ਜੋ ਘਰ ਹੈ, ਉਸ ਨਿਰਭਉ ਘਰ ਦੇ ਵਿੱਚ ਜੀਵ ਕਿਵੇਂ ਜਾ ਸਕਦਾ? ਅਸੀਂ ਕਿਵੇਂ ਪਹੁੰਚ ਸਕਦੇ ਹਾਂ ਉਸ ਘਰ ਦੇ ਵਿੱਚ ਜਿੱਥੇ ਕੋਈ ਡਰ ਨਾ ਰਹਿ ਜਾਵੇ? ਨਾ ਜਨਮ ਦਾ ਡਰ, ਨਾ ਮਰਨ ਦਾ ਡਰ, ਨਾ ਵਿਕਾਰਾਂ ਦਾ ਡਰ, ਨਾ ਪਾਪਾਂ ਦਾ ਡਰ, ਨਾ ਜਮਦੂਤਾਂ ਦਾ ਡਰ, ਨਾ 84 ਲੱਖ ਜੂਨਾਂ ਦੇ ਗੇੜੇ ਦਾ ਡਰ, ਬਲਕਿ ਸਾਰੇ ਡਰ ਹੀ ਜਿੱਥੇ ਮੁੱਕ ਜਾਂਦੇ ਆ, ਉਹ ਨਿਰਭਉ ਘਰ ਦੇ ਵਿੱਚ ਕਿਵੇਂ ਪਹੁੰਚਿਆ ਜਾਵੇ? ਸਹਿਜ ਸੰਤੋਖ ਕਾ ਆਸਣ ਜਾਣੈ। ਫਿਰ ਮਹਾਰਾਜ ਜੋ ਸਹਿਜ ਅਵਸਥਾ ਹੈ, ਸ਼ਾਂਤੀ ਹੈ ਤੇ ਸੰਤੋਖ ਹੈ, ਤੇ ਇਹ ਸਹਿਜ ਸੰਤੋਖ ਦਾ ਆਸਣ ਕਿਵੇਂ ਜਾਣਿਆ ਜਾਵੇ? ਸਹਿਜ ਸੰਤੋਖ ਦਾ ਸਥਾਨ ਕਿਵੇਂ ਜਾਣਿਆ ਜਾਵੇ? ਇਹ ਸਹਿਜ ਸ਼ਾਂਤੀ, ਸਹਿਜ ਗਿਆਨ ਤੇ ਸੰਤੋਖ, ਇਹਨਾਂ ਦੇ ਵਿੱਚ ਮਹਾਰਾਜ ਕਿਵੇਂ ਟਿਕਿਆ ਜਾਵੇ, ਕਿਵੇਂ ਆਸਣ ਲਾਇਆ ਜਾਵੇ? ਇਹ ਸਹਿਜ ਸੰਤੋਖ ਆਦਿਕ ਜਿਹੜੇ ਸ਼ਾਂਤੀ, ਗਿਆਨ, ਸੰਤੋਖ ਆਦਿਕ ਸ਼ੁਭ ਗੁਣ ਹਨ,
ਇਹਨਾਂ ਦੇ ਵਿੱਚ ਕਿਵੇਂ ਸਥਿਤੀ ਕੀਤੀ ਜਾਣੀ ਜਾਵੇ। ਕਿਉ ਛੇਦੇ ਬੈਰਾਈਐ। ਫਿਰ ਮਹਾਰਾਜ ਇੱਕ ਸਾਡਾ ਇਹ ਵੀ ਸਵਾਲ ਹੈ ਇਹਨਾਂ ਸਵਾਲਾਂ ਦੇ ਵਿੱਚ ਕਿ ਜਿਹੜੇ ਵੈਰੀ ਹਨ ਉਹਨਾਂ ਵੈਰੀਆਂ ਨੂੰ ਕਿਉਂ ਛੇਦੇ, ਕਿਵੇਂ ਕੱਟਿਆ ਜਾਵੇ। ਛੇਦੇ ਨਾਮ ਕੱਟਣ ਦਾ ਹੈ, ਬਹਿਰਾਈਏ ਨਾਮ ਵੈਰੀਆਂ ਦਾ ਹੈ, ਤੇ ਵੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ। ਮਹਾਰਾਜੋ ਇਹ ਵਕਾਰਾਂ ਰੂਪੀ ਵੈਰੀ ਹਨ। ਇਹਨਾਂ ਵਕਾਰਾਂ ਨੂੰ, ਵੈਰੀਆਂ ਨੂੰ ਕਿਵੇਂ ਕੱਟਿਆ ਜਾ ਸਕਦਾ, ਕਿਵੇਂ ਖਤਮ ਕੀਤਾ ਜਾ ਸਕਦਾ ਹੈ। ਗੁਰ ਕੈ ਸ਼ਬਦ ਹਉਮੈ ਬਿਖ ਮਾਰੈ। ਇਹ ਜਿੰਨੇ ਸਵਾਲ ਪਿੱਛੇ ਸਿੱਧਾਂ ਨੇ ਕੀਤੇ ਹਨ ਉਹਨਾਂ ਸਾਰਿਆਂ ਦਾ ਪਹਿਲਾਂ ਸਮੁੱਚੇ ਰੂਪ ਵਿੱਚ ਮਹਾਰਾਜ ਉੱਤਰ ਦੇ ਰਹੇ ਇਹਨਾਂ ਦੋਹਾਂ ਪੰਕਤੀਆਂ ਦੇ ਵਿੱਚ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਗੁਰ ਕੈ ਸ਼ਬਦ ਹਉਮੈ ਬਿਖ ਮਾਰੈ। ਮਹਾਰਾਜ ਕਹਿੰਦੇ ਸਿੱਧੋ ਇਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਤਾਂ ਮਿਲਦਾ ਹੈ ਤੇ ਤਾਂ ਇਹ ਪ੍ਰਾਪਤੀ ਹੁੰਦੀ ਹੈ। ਗੁਰ ਕੈ ਸ਼ਬਦ, ਜਦੋਂ ਗੁਰੂ ਕੇ ਸ਼ਬਦ ਦੇ ਵਿੱਚ ਟਿਕੇ, ਗੁਰੂ ਕੇ ਸ਼ਬਦ ਦੇ ਦੁਆਰਾ, ਗੁਰੂ ਕੇ ਉਪਦੇਸ਼ ਦੇ ਦੁਆਰਾ ਆਪਣੇ ਦੇਹ ਦੀ ਹਉਮੈ ਨੂੰ ਮਾਰੇ ਅਤੇ ਬਿਖ ਜੋ ਵਿਸ਼ੇ ਵਕਾਰ ਹਨ ਇਹਨਾਂ ਵਕਾਰਾਂ ਨੂੰ ਮਾਰੇ। ਬਿਖ ਜੋ ਮਾਇਆ ਰੂਪੀ ਬਿਖ ਜ਼ਹਿਰ ਹੈ, ਇਸ ਜ਼ਹਿਰ ਨੂੰ ਮਾਰਨਾ ਕਰੇ, ਹਉਮੈ ਨੂੰ ਮਾਰਨਾ ਕਰੇ ਗੁਰੂ ਕੇ ਸ਼ਬਦ ਦੁਆਰਾ। ਤਾਂ ਨਿਜ ਘਰ ਹੋਵੈ ਵਾਸੋ। ਤਾਂ ਫਿਰ ਸਿੱਧੋ ਨਿਜ ਘਰ ਦੇ ਵਿੱਚ ਜੀਵ ਦਾ ਵਾਸਾ ਹੁੰਦਾ ਹੈ। ਇਹ ਆਪਣੇ ਨਿਜ ਘਰ ਦੇ ਵਿੱਚ, ਆਤਮਿਕ ਘਰ ਦੇ ਵਿੱਚ ਫਿਰ ਵਾਸਾ ਕਰਦਾ, ਸਰੂਪ ਰੂਪੀ ਘਰ ਦੇ ਵਿੱਚ ਵਾਸਾ ਕਰਦਾ ਜਦੋਂ ਗੁਰੂ ਕੇ ਸ਼ਬਦ ਦੇ ਦੁਆਰਾ ਇਹ ਹਉਮੈ ਨੂੰ ਮਾਰੇ। ਹਉਮੈ ਕਰਕੇ ਮਹਾਰਾਜ ਕਹਿੰਦੇ ਜੀਵ ਆਉਂਦਾ ਹੈ, ਜਾਂਦਾ ਹੈ, ਜੰਮਦਾ ਹੈ, ਮਰਦਾ ਹੈ। ਹਉਮੈ ਦਾ ਹੀ ਪਸਾਰਾ। ਹਉ ਵਿੱਚ ਆਇਆ, ਹਉ ਵਿੱਚ ਗਿਆ, ਹਉ ਵਿੱਚ ਜੰਮਿਆ, ਹਉ ਵਿੱਚ ਮੋਆ, ਹਉ ਵਿੱਚ ਦਿੱਤਾ, ਹਉ ਵਿੱਚ ਲਿਆ, ਹਉ ਵਿੱਚ ਖੱਟਿਆ, ਹਉ ਵਿੱਚ ਗਿਆ। ਸਾਰਾ ਪਸਾਰਾ ਹੀ ਮਹਾਰਾਜ ਕਹਿੰਦੇ ਹਉਮੈ ਦੇ ਵਿੱਚ ਹੀ ਜੀਵ ਉਲਝਿਆ ਪਿਆ ਹੈ। ਤੇ ਹਉਮੈ ਨੂੰ ਮਾਰਨ ਵਾਸਤੇ ਮਹਾਰਾਜ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਅੰਦਰ ਵਾਰ-ਵਾਰ ਉਪਦੇਸ਼ ਬਖਸ਼ਿਸ਼ ਕਰਦੇ। ਨਾਲੇ ਇਹ ਵੀ ਕਹਿੰਦੇ ਆ ਕਿ ਹਉਮੈ ਜਿਹੜਾ ਇਹ ਛੋਟਾ ਰੋਗ ਨਹੀਂ, ਇਹ ਬਹੁਤ ਵੱਡਾ ਰੋਗ ਹੈ, ਦੀਰਘ ਰੋਗ ਹੈ, ਪੁਰਾਣਾ ਰੋਗ ਹੈ। ਇਹ ਜਨਮਾਂ ਜਨਮਾਂ ਦਾ ਰੋਗ ਲੱਗਾ ਹੋਇਆ। ਤੇ ਗੁਰੂ ਸਾਹਿਬ ਦੇ ਕੋਲੇ ਇਹਦੀ ਦਵਾਈ ਹੈ, ਕਿਉਂਕਿ ਸਤਿਗੁਰੂ ਵੈਦ ਆ ਨਾ। ਜਿਹੜੀ ਦਵਾਈ ਸੰਸਾਰ ਦੇ ਕਿਸੇ ਵੈਦ ਕੋਲੇ ਨਹੀਂ ਹੈ ਉਹ ਦਵਾਈ ਸਤਿਗੁਰਾਂ ਵੈਦ ਕੋਲੇ ਹੈ। ਸਤਿਗੁਰੂ ਵੈਦ ਕੋਲੇ ਮੇਰਾ ਵੈਦ ਗੁਰੂ ਗੋਵਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਮਹਾਰਾਜ ਸਾਰੇ ਰੋਗਾਂ ਦੀ, ਸਾਰੀਆਂ ਬਿਮਾਰੀਆਂ ਦੀ ਇੱਕੋ ਹੀ ਦਵਾਈ ਦਿੰਦੇ ਆ, ਇੱਕੋ ਹੀ ਇਲਾਜ ਕਰਦੇ। ਨਾਮ ਸਰਬ ਰੋਗ ਕਾ ਔਖਦ ਨਾਮ। ਮਹਾਰਾਜ ਕਹਿੰਦੇ ਰੋਗ ਸਾਰੇ ਆ, ਰੋਗ ਬਹੁਤੇ ਆ, ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ, ਪਰ ਸਾਰੇ ਰੋਗਾਂ ਦੀ ਦਵਾਈ ਇੱਕੋ ਹੀ ਆ, ਉਹ ਨਾਮ ਆ। ਦਵਾਈ ਭਾਵੇਂ ਇੱਕ ਹੀ ਹੈ, ਇੱਕੋ ਹੀ ਹੋਵੇ ਬਹੁਤੇ ਰੋਗਾਂ ਦੀ, ਪਰ ਉਹ ਵੀ ਵੈਦ ਤੋਂ ਪੁੱਛ ਕੇ ਹੀ ਖਾਣੀ ਪੈਂਦੀ ਹੈ। ਜਿਵੇਂ ਵੈਦ ਪਰਹੇਜ ਦੱਸੇ, ਪਰਹੇਜ ਵੀ ਰੱਖਣਾ ਪੈਂਦਾ। ਗੁਰੂ ਸਾਹਿਬ ਜੀ ਨਾਮ ਦੀ ਦਵਾਈ ਦਿੰਦੇ ਆ ਤੇ ਨਾਲ ਪਰਹੇਜ ਵੀ ਦੱਸਦੇ, ਪੱਥ ਵੀ ਦੱਸਦੇ। ਹਉਮੈ ਦੀਰਘ ਰੋਗ ਹੈ, ਕਿਉਂਕਿ ਵੈਦ ਉਹ ਸਿਆਣਾ ਹੁੰਦਾ ਵਾ ਜਿਹੜਾ ਰੋਗ ਨੂੰ ਵੀ ਜਾਣਦਾ ਹੋਵੇ ਤੇ ਦਵਾਈ ਨੂੰ ਵੀ ਜਾਣਦਾ ਹੋਵੇ, ਦੋਨਾਂ ਨੂੰ ਬੁੱਝਦਾ ਹੋਵੇ। ਰੋਗ ਦੀ ਜੜ ਨੂੰ ਵੀ ਜਾਣੇ, ਰੋਗ ਲੱਗਾ ਕਿਸ ਤਰ੍ਹਾਂ ਹੈ, ਕਿੱਥੋਂ ਲੱਗਾ, ਇਹਦਾ ਕਾਰਨ ਕੀ ਹੈ ਤੇ ਕਿਹੜੀ ਦਵਾਈ ਦੇ ਨਾਲ ਇਹ ਠੀਕ ਹੋ ਸਕਦਾ ਹੈ, ਇਹਦੀ ਔਖਦੀ ਕੀ ਹੈ। ਰੋਗ ਦਾਰੂ ਦੋਵੇਂ ਬੁੱਝੈ, ਸੋ ਵੈਦ ਸੁਜਾਨ। ਉਹ ਸਿਆਣਾ ਵੈਦ ਹੈ ਜਿਹੜਾ ਰੋਗ ਨੂੰ ਤੇ ਦਾਰੂ ਨੂੰ, ਦਵਾਈ ਨੂੰ, ਦੋਹਾਂ ਨੂੰ ਬੁੱਝੇ, ਸਮਝੇ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਰੋਗ ਨੂੰ ਵੀ ਬੁੱਝਦੇ ਆ ਤੇ ਦਵਾਈ ਨੂੰ ਵੀ ਬੁੱਝਦੇ। ਮਹਾਰਾਜ ਦੱਸਦੇ ਆ ਕਿ ਭਾਈ ਇਹ ਹਉਮੈ ਤੈਨੂੰ ਬਹੁਤ ਪੁਰਾਣੀ ਲੱਗੀ ਹੋਈ ਆ, ਇਹ ਕਈਆਂ ਜਨਮਾਂ ਦੀ ਆ। ਹਉਮੈ ਦੀਰਘ ਰੋਗ ਹੈ, ਪੁਰਾਣਾ ਰੋਗ ਆ।
ਇਹ ਲੰਮਾ ਚੱਲਿਆ ਆਉਂਦਾ ਰੋਗ ਆ, ਪਰ ਇਹ ਖਤਮ ਹੋ ਜਾਣ ਵਾਲਾ ਰੋਗ ਆ। ਇਹਦਾ ਇਲਾਜ ਹੈ, ਮਹਾਰਾਜ ਕਹਿੰਦੇ ਗੁਰੂ ਸਾਹਿਬ ਦੇ ਪਾਸ ਇਹਦਾ ਇਲਾਜ ਹੈ। ਹਉਮੈ ਦੀਰਘ ਰੋਗ ਹੈ ਦਾਰੂ ਕੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜਦੋਂ ਆਪਣੀ ਕਿਰਪਾ ਕਰਦੇ ਵਾਹਿਗੁਰੂ ਜੀ, ਫਿਰ ਜੀਵ ਗੁਰੂ ਕੇ ਸ਼ਬਦ ਦੀ ਕਮਾਈ ਕਰਦਾ। ਸ਼ਬਦ ਦੀ ਕਮਾਈ ਦੇ ਨਾਲ ਹੀ ਮਹਾਰਾਜ ਕਹਿੰਦੇ ਹਉਮੈ ਦੀ ਇਹ ਬਿਮਾਰੀ ਦੂਰ ਹੁੰਦੀ ਹੈ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਹੇ। ਇਸ ਸੰਜਮ ਦੇ ਨਾਲ, ਇਸ ਤਰੀਕੇ ਦੇ ਨਾਲ ਇਹ ਹਉਮੈ ਦਾ ਰੋਗ ਨਿਵਰਤ ਹੋ ਜਾਂਦਾ ਹੈ, ਚਲੇ ਜਾਂਦਾ ਹੈ। ਗੁਰ ਕੈ ਸ਼ਬਦ, ਗੁਰੂ ਕੇ ਸ਼ਬਦ ਦੇ ਵਿੱਚ ਸੁਰਤ ਜੋੜ ਕਰਕੇ ਜਦੋਂ ਹਉਮੈ ਨੂੰ ਇਹ ਮਾਰੇ, ਕਿਉਂਕਿ ਹਉਮੈ ਨੂੰ ਮਾਰਨਾ ਪਵੇਗਾ। ਜੇ ਹਉਮੈ ਨਾ ਮਾਰੀ ਗਈ ਤੇ ਹਉਮੈ ਨੇ ਇਹਨੂੰ ਮਾਰ ਦੇਣਾ। ਸਤਿਗੁਰੂ ਬਾਣੀ 'ਚ ਕਹਿੰਦੇ ਆ, ਇਹ ਭਾਈ ਜਿਹੜਾ ਗੁਰੂ ਕੇ ਸ਼ਬਦ ਦੀ ਕਮਾਈ ਕਰਦਾ ਉਹ ਹਉਮੈ ਨੂੰ ਮਾਰਦਾ। ਜੇ ਗੁਰੂ ਦਾ ਉਪਦੇਸ਼ ਨਹੀਂ ਲੈਂਦਾ ਜੀਵ ਤੇ ਫਿਰ ਹਉਮੈ ਇਸ ਨੂੰ ਮਾਰ ਦਿੰਦੀ। ਫਿਰ ਮੈਂ ਮੇਰੀ ਇਸ ਨੂੰ ਮਾਰ ਦਿੰਦੀ। ਮਹਾਰਾਜ ਸਾਹਿਬ ਨੇ ਬਾਣੀ 'ਚ ਆਖਿਆ ਵੀ ਜਿਨ੍ਹਾਂ ਨੇ ਮੇਰੀ ਕੀਤੀ, ਉਹਨਾਂ ਮੇਰੀ ਨੇ ਉਹਨਾਂ ਨੂੰ ਮਾਰ ਦਿੱਤਾ। ਮੇਰੀ ਕਾਇਰੋ ਕਰਤੇ ਦੁਰਜੋਧਨ ਸੇ ਭਾਈ ਮਾਰੇ ਗਏ। ਮੇਰੀ ਕਾਇਰੋ ਕਰਤੇ ਦੁਰਜੋਧਨ ਸੇ ਭਾਈ, 12 योजन शतर चले था देही गिरज ना खाई। वो मेरी नहीं मार देता। 12 योजना तक हड़तालियां कोहां तक जो शतरां दे थल्ले चलण वाला सी दुर्योधन, ਉਹਦੀ ਦੇਹ ਹੀ ਇੱਥੇ ਰੁਲਦੀ ਰਹੀ, ਗਿਲਜਾਂ ਨੇ ਵੀ ਨਹੀਂ ਖਾਧੀ, ਉਹ ਵੀ ਰੁਲਦੀ ਰਹੀ ਇੱਥੇ। ਭਗਤ ਨਾਮਦੇਵ ਸਾਹਿਬ ਜੀ ਨੇ ਫਰਮਾਇਆ ਧਨਾਸਰੀ ਰਾਗ ਦੀ ਭਗਤ ਬਾਣੀ ਦੇ ਅੰਦਰ, ਗਹਿਰੀ ਕਰ ਕੈ ਨੀਵ ਖੁਦਾਈ ਉਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ ਜਿਨ ਤ੍ਰਿਣ ਧਰ ਮੂੰਡ ਬਲਾਏ। हमरो करता राम स्नेही काहे रे नर गर्भ करत हो बिन सजाए झूठी देही। हे जीव कादे वास्ते गर्भ करदा हंकार करदा, ये झूठी देही आ ते इन्ने नाश हो जाना। जिस देह दी तू हमें करदा, इस झूठी देह ने कच्ची देह ने नाश हो जाना। काहे रे नर गर्भ करत हो बिन सजाए झूठी देही। फिर अगे क्या, मेरी कैरो करते दुर्योधन से भाई, 12 योजन शतर चले था देही गिरज ना खाई। सर्व सोयन की लंका होती, जिदी लंका सारी सोने दी सी। लंका गढ़ सोने का भया मूर्ख रावण क्या ले गया। सर्व सोयन की लंका होती रावण से अधिकाई, कहा भयो दर बांधे हाथी खिन मह भई पराई। कहंदे सोने दी लंका वाला ना इत्थे रिहा, की होया जे दरवाजे दे बार-बार हाथी वजे हुंदे झूलदे सी, पर एक दिन वो भी आया भी एक खिन विच ही पराई हो गई लंका। कहा भयो दर बांधे हाथी खिन मह भई पराई। जिन्हां ने हौमे कीती, जिन्हां ने मैं मेरी कीती, वो हंकार ने मार दिता। धन श्री गुरु अर्जन देव साहब महाराज सुखमनी साहब की बाणी च फरमाउंदे, गरीब नवाज कहंदे भाई सुखी वसना है ते हंकार छड्ड के निमरता धारण कर, क्योंकि निमरता वाले सुखी वसदे। जिन्हां ने आपा भाव निवार के नीवा होना कीता है, वड्डे वड्डे जिहड़े हंकारी उन्हां नूं हंकार नहीं मारिया और किसी ने नहीं मारिया। महाराज कहते बंदे का हंकार ही उसनूं मारदा। जे कंस नूं मारिया तो कंस दे हंकार नहीं मारिया, रावण नूं मारिया है तो रावण दे हंकार नहीं मारिया, हरनाक्ष नूं मारिया है तो उहदे हंकार नहीं मारिया, ते दुर्योधन नूं
ਕੈਰਵਾਂ ਨੂੰ ਜੇ ਮਾਰਿਆ ਹੈ ਤੇ ਉਹਨਾਂ ਦੇ ਹੰਕਾਰ ਨਹੀਂ ਮਾਰਿਆ। ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਆ ਸੁਖਮਨੀ ਸਾਹਿਬ ਦੀ 12ਵੀਂ ਅਸ਼ਟਪਦੀ ਦੇ ਅੰਦਰ 12ਵੇਂ ਸ਼ਲੋਕ ਦੇ ਵਿੱਚ, ਸੁਖੀ ਬਸੈ ਮਸਕੀਨੀਆ, ਸੁਖੀ ਬਸੈ ਮਸਕੀਨੀਆ, ਸੁਖੀ ਬਸੇ ਮਸਕੀਨੀਆ, ਸੁਖੀ ਬਸੇ ਮਸਕੀਨੀਆ। ਆਪ ਨਿਵਾਰ ਤਲੇ, ਆਪ ਨਿਵਾਰ ਤਲੇ, ਆਪ ਨਿਵਾਰ ਤਲੇ, ਆਪ ਨਿਵਾਰ ਤਲੇ। ਵੱਡੇ ਵੱਡੇ ਅਹੰਕਾਰੀਆ, ਵੱਡੇ ਵੱਡੇ ਅਹੰਕਾਰੀਆ, ਵੱਡੇ ਵੱਡੇ ਅਹੰਕਾਰੀਆ, ਵੱਡੇ ਵੱਡੇ ਅਹੰਕਾਰੀਆ। ਨਾਨਕ ਗਰਭ ਗਲੇ, ਨਾਨਕ ਗਰਭ ਗਲੇ, ਨਾਨਕ ਗਰਭ ਗਲੇ, ਨਾਨਕ ਗਰਭ ਗਲੇ। ਮਹਾਰਾਜ ਕਹਿੰਦੇ ਸੁਖੀ ਵਸਦੇ ਆ ਮਸਕੀਨੀ ਧਾਰਨ ਵਾਲੇ। ਮਸਕੀਨੀ ਨਾਮ ਨਿਮਰਤਾ ਦਾ, ਨੀਵੇਂ ਹੋਣਾ, ਝੁਕਣਾ। ਵੱਡੇ ਵੱਡੇ ਅਹੰਕਾਰੀਆ, ਜਿਹੜੇ ਵੱਡੇ ਵੱਡੇ ਕਹਾਉਣ ਵਾਲੇ, ਹੰਕਾਰ ਕਰਨ ਵਾਲੇ, ਮਹਾਰਾਜ ਕਹਿੰਦੇ ਉਹ ਹੰਕਾਰ ਵਿੱਚ ਹੀ ਗਲ ਗਏ। ਹੰਕਾਰ ਨਹੀਂ ਉਹਨਾਂ ਨੂੰ ਗਾਲ ਦਿੱਤਾ। ਨਾਨਕ ਗਰਭ ਗਲੇ। ਫਿਰ ਅੱਗੇ ਹੰਕਾਰ ਦੀ ਵਿਆਖਿਆ ਕਰਦਿਆਂ ਆ ਮਹਾਰਾਜ ਸਾਹਿਬ ਜੀ ਨੇ ਬੜਾ ਖੁਲਾਸਾ ਕੀਤਾ ਅਸ਼ਟਪਦੀ ਦੇ ਵਿੱਚ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਆਨ, ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕਉ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਗਰੀਬ ਨਵਾਜ ਕਹਿੰਦੇ ਜਿਹੜਾ ਹੰਕਾਰ ਕਰਦਾ, ਮਹਾਰਾਜ ਕਹਿੰਦੇ ਚੰਗੇ ਕਰਮ ਵੀ ਨਿਸਫਲ ਹੋ ਜਾਂਦੇ ਜਦੋਂ ਬੰਦਾ ਹੰਕਾਰ ਕਰ ਲੈਂਦਾ। ਕਰਮ ਚੰਗਾ ਕਰਦਾ, ਉਹ ਨੇਕੀ ਚੰਗੇ ਕਰਮ ਵੀ ਨਿਸਫਲ ਹੋ ਜਾਂਦੇ ਉਸ ਮੌਕੇ ਤੇ ਜਦੋਂ ਹੰਕਾਰ ਕਰ ਬੈਠਦਾ। ਭਾਵੇਂ ਤੀਰਥ ਯਾਤਰਾ, ਭਾਵੇਂ ਸਿਮਰਨ, ਭਾਵੇਂ ਸੇਵਾ, ਭਾਵੇਂ ਦਾਨ ਪੁੰਨ, ਇਹ ਚੰਗੇ ਕਰਮ ਜਿਹੜੇ ਕੀਤੇ ਆ, ਜਿਸ ਵੇਲੇ ਇਹਨਾਂ ਦਾ ਵੀ ਹੰਕਾਰ ਕਰਦਾ ਵਾ ਤੇ ਮਹਾਰਾਜ ਕਹਿੰਦੇ ਇਹਦਾ ਵੀ ਫਲ ਨਹੀਂ ਫਿਰ ਕੁਝ ਮਿਲਦਾ, ਸਾਰੇ ਨਿਸਫਲ ਹੋ ਜਾਂਦੇ। ਤੇ ਹੰਕਾਰ ਚੰਗੇ ਕਰਮਾਂ ਦਾ ਵੀ ਜਿਹੜਾ ਉਹ ਜੰਮਣ ਮਰਨ ਦਾ ਕਾਰਨ ਬਣਦਾ, ਕਿਉਂਕਿ ਹੰਕਾਰ ਤੇ ਹੁੰਦਾ ਹੀ ਚੰਗੇ ਕੰਮਾਂ ਦਾ। ਮਾੜਿਆਂ ਦਾ ਕਿਸੇ ਨੇ ਕੀ ਹੰਕਾਰ ਕਰ ਲੈਣਾ। ਹੰਕਾਰ ਕੋਈ ਸਾਧ ਪੁਣੇ ਦਾ ਕਰੇਗਾ, ਚੋਰ ਨੇ ਕੀ ਹੰਕਾਰ ਕਰਨਾ ਵੀ ਮੈਂ ਵੱਡਾ ਚੋਰ ਹਾਂ। ਹੰਕਾਰ ਤੇ ਹੁੰਦਾ ਹੀ ਸਾਧ ਪੁਣੇ ਦਾ। ਹੰਕਾਰ ਤੇ ਕੋਈ ਚੰਗੇ ਕਰਮ ਦਾ ਹੀ ਕਰੇਗਾ। ਧਰਮ ਦੇ ਅਨੇਕ ਪ੍ਰਕਾਰ ਦੇ ਕਰਮ ਜਿਹੜੇ ਕੀਤੇ ਜਾਂਦੇ ਆ, ਧਰਮ ਨਾਲ ਸੰਬੰਧਿਤ ਦਾਨ ਹੈ, ਪੁੰਨ ਹੈ, ਪਰਉਪਕਾਰ ਹੈ, ਸੇਵਾ ਹੈ, ਸਿਮਰਨ ਹੈ। ਕੋਈ ਹੰਕਾਰ ਕਰਦਿਆਂ ਕਹੇਗਾ ਮੈਂ ਸਭ ਤੋਂ ਵੱਡਾ ਸੇਵਾਦਾਰ, ਮੈਂ ਸਭ ਤੋਂ ਵੱਡਾ ਜਪ ਤਪ ਕਰਨ ਵਾਲਾ, ਮੈਂ ਸਭ ਤੋਂ ਵੱਡਾ ਕੀਰਤਨੀਆ, ਮੈਂ ਸਭ ਤੋਂ ਵੱਡਾ ਗਿਆਨੀ, ਮੈਂ ਸਭ ਤੋਂ ਵੱਡਾ ਪਾਠੀ, ਮੈਂ ਸਭ ਤੋਂ ਵੱਡਾ ਦਾਨ ਕਰਨ ਵਾਲਾ ਦਾਨੀ, ਮੈਂ ਵੱਡਾ ਤੀਰਥ ਯਾਤਰਾ ਕਰਨ ਵਾਲਾ। ਮੇਰੇ ਵਰਗੀ ਯਾਤਰਾ ਕਿਹਨੇ ਕੀਤੀ? ਤੇ ਸੁਖਮਨੀ ਸਾਹਿਬ ਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਕਹਿੰਦੇ ਆ, ਆਪਸ ਕਉ ਕਰਮਵੰਤ ਕਹਾਵੈ। ਚੰਗਾ ਕਰਮ ਕਰਨ ਵਾਸਤੇ ਸਾਰੀ ਬਾਣੀ ਚ ਪ੍ਰੇਰਨਾ ਦਿੱਤੀ ਆ ਵੀ ਮਾੜੇ ਕਰਮਾਂ ਦਾ ਤਿਆਗ ਕਰ ਤੇ ਚੰਗੇ ਕਰਮ ਕਰ, ਬੁਰਾਈਆਂ ਛੱਡ ਤੇ ਚੰਗਿਆਈਆਂ ਧਾਰਨ ਕਰ। ਪਰ ਮਹਾਰਾਜ ਕਹਿੰਦੇ ਚੰਗੇ ਕਰਮ ਨੂੰ ਕਰਕੇ ਉਹਦਾ ਹੰਕਾਰ ਨਾ ਕਰ। ਜੇ ਚੰਗਾ ਕਰਮ ਕਰਕੇ ਆਪਣੇ ਆਪ ਨੂੰ ਕਰਮਵੰਤ ਕਹਾਉਣਾ ਨਾ ਵੀ ਮੈਂ ਆਹ ਕਰਮ ਕਰਨ ਵਾਲਾ ਹਾਂ, ਸਤਿਗੁਰੂ ਕਹਿੰਦੇ ਉਹ ਮੈਂ ਨੇ ਫੇਰ ਤੈਨੂੰ ਜੰਮਣ ਮਰਨ ਦੇਣਾ। ਉਹ ਹੰਕਾਰ ਨੇ ਫੇਰ ਤੈਨੂੰ 84 ਦੇ ਗੇੜੇ ਵਿੱਚ ਪਾਉਣਾ, ਭਾਵੇਂ ਚੰਗੇ ਕਰਮ ਦਾ ਹੀ ਹੰਕਾਰ ਹੋਵੇ। ਆਪਸ ਕਉ ਕਰਮਵੰਤ ਕਹਾਵੈ,
ਜਨਮ ਮਰੈ ਬਹੁ ਜੋਨ ਭਰਮਾਵੈ। ਜੰਮੇਗਾ ਮਰੇਗਾ, ਬਹੁਤੀਆਂ ਜੂਨੀਆਂ ਵਿੱਚ ਮਹਾਰਾਜ ਕਹਿੰਦੇ ਭਰਮੇਗਾ, ਜਿਹੜਾ ਆਪਣੇ ਆਪ ਨੂੰ ਚੰਗੇ ਕਰਮ ਕਹਾਉਣ ਵਾਲਾ ਕਿ ਮੈਂ ਚੰਗੇ ਕਰਮ ਕਰਦਾ। ਨਾਵੇਂ ਪਾਤਸ਼ਾਹ ਨੇ ਭੋਗ ਦੇ ਸ਼ਲੋਕਾਂ ਵਿੱਚ ਵੀ ਐਸੀ ਵਿਆਖਿਆ ਕੀਤੀ ਹੈ। ਸਤਿਗੁਰੂ ਕਹਿੰਦੇ ਤੀਰਥ ਬਰਤ ਹਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਕੋਈ ਤੀਰਥ ਯਾਤਰਾ ਕਰਕੇ, ਕੋਈ ਵਰਤ ਰੱਖ ਕੇ, ਜਿਹੜੇ ਆਮ ਸੰਸਾਰ 'ਚ ਵਰਤ ਰੱਖੇ ਜਾਂਦੇ ਆ ਉਹਨਾਂ ਨੂੰ ਗੁਰਮਤਿ ਨੇ ਪ੍ਰਵਾਨ ਨਹੀਂ ਕੀਤਾ। ਗੁਰਮਤਿ ਵਿੱਚ ਵਰਤ ਕੀ ਹੈ? ਵਿਕਾਰਾਂ ਦਾ ਤਿਆਗ ਕਰਨਾ। ਗੁਰਮਤਿ ਦੇ ਵਿੱਚ ਵਰਤ ਕੀ ਹੈ? ਅਲਪ ਆਹਾਰ, ਸੁਲਪ ਸੀ ਨਿੰਦਰਾ, ਥੋੜਾ ਸੌਣਾ, ਥੋੜਾ ਖਾਣਾ। ਗੁਰਮਤਿ ਪਾਏ ਤਾਂ ਮਹਾਰਾਜ ਸਾਹਿਬ ਕਹਿੰਦੇ ਵੀ ਜੋ ਤੀਰਥ ਯਾਤਰਾ ਕਰਕੇ, ਇਸ ਤਰ੍ਹਾਂ ਦੇ ਇਹ ਨਿਯਮ ਸੰਜਮ ਰੱਖ ਕਰਕੇ, ਦਾਨ ਪੁੰਨ ਕਰਕੇ ਤੇ ਫਿਰ ਗੁਮਾਨ ਕਰ ਲੈਂਦਾ, ਹੰਕਾਰ ਕਰ ਲੈਂਦਾ, ਉਹਦੇ ਇਸ ਤਰ੍ਹਾਂ ਕੀਤੇ ਕਰਾਏ ਕਰਮ ਨਿਸਫਲ ਚਲੇ ਜਾਂਦੇ ਆ। ਜਿਵੇਂ ਹਾਥੀ ਨਦੀ ਦੇ ਵਿੱਚ, ਦਰਿਆ ਵਿੱਚ ਵੜ ਕੇ ਇਸ਼ਨਾਨ ਕਰਦਾ, ਇੱਕ ਰਾਂ ਤੇ ਨਹਾ ਲੈਂਦਾ, ਪਰ ਬਾਹਰ ਨਿਕਲ ਕਰਕੇ ਫਿਰ ਆਪਣੀ ਸੁੰਡ ਦੇ ਨਾਲ ਘੱਟਾ ਮਿੱਟੀ ਚੁੱਕ ਕੇ ਆਪਣੇ ਪਿੰਡੇ ਤੇ ਪਾ ਲੈਂਦਾ। ਸਗੋਂ ਪਿੰਡਾ ਗਿੱਲਾ ਹੋਇਆ ਸੀ, ਉੱਤੇ ਜਦੋਂ ਮਿੱਟੀ ਸੁੱਟੀ ਤੇ ਅੱਗੇ ਨਾਲੋਂ ਵੀ ਜ਼ਿਆਦਾ ਲਿਬੜ ਗਿਆ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਜਿਵੇਂ ਹਾਥੀ ਦਾ ਇਸ਼ਨਾਨ ਨਿਸਫਲ ਗਿਆ, ਮਹਾਰਾਜ ਕਹਿੰਦੇ ਗੁਮਾਨ ਕਰਨ ਵਾਲੇ ਦਾ ਸਾਰਾ ਕੁਝ ਇਸੇ ਤਰ੍ਹਾਂ ਨਿਸਫਲ ਚਲੇ ਗਿਆ। ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬਹੁ ਜੋਨ ਭਰਮਾਵੈ। ਤੇ ਜਿਹੜਾ ਜੀਵ ਧਨ ਦਾ ਤੇ ਭੂਮੀ ਦਾ ਹੰਕਾਰ ਕਰਦਾ ਹੈ, ਸਤਿਗੁਰੂ ਕਹਿੰਦੇ ਉਹ ਤੇ ਬਹੁਤਾ ਹੀ ਮੂਰਖ ਹੈ, ਬਹੁਤਾ ਹੀ ਅੰਨਾ ਹੈ, ਬਹੁਤਾ ਹੀ ਅਗਿਆਨੀ ਹੈ। ਕਿਉਂਕਿ ਉਹ ਜਾਣਦਾ ਹੀ ਨਹੀਂ ਵੀ ਇਹ ਧਨ ਸਦਾ ਇੱਕ ਦੇ ਕੋਲੇ ਨਹੀਂ ਰਹਿੰਦਾ। ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਇਹ ਧਨ ਕਦੇ ਆਉਂਦਾ ਹੈ ਤੇ ਕਦੇ ਜਾਂਦਾ ਹੈ, ਇਹ ਤਾਂ ਇੱਕ ਖੇਡ ਹੈ। ਇਹ ਜ਼ਮੀਨ ਸਦਾ ਇੱਕ ਦੀ ਨਹੀਂ ਰਹਿੰਦੀ। ਇਹਦੇ ਪਹਿਲਾਂ ਕਈ ਮਾਲਕ ਬਣੇ, ਬਾਅਦ ਵਿੱਚ ਕਈਆਂ ਨੇ ਮਾਲਕ ਬਣਨਾ। ਮਹਾਰਾਜ ਕਹਿੰਦੇ ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਉਹ ਮੂਰਖ ਹੈ, ਅੰਧਾ ਤੇ ਅਗਿਆਨੀ ਹੈ, ਜਿਹੜਾ ਧਨ ਤੇ ਜ਼ਮੀਨ ਦਾ ਹੰਕਾਰ ਕਰਦਾ। ਅੱਗੇ ਸਤਿਗੁਰਾਂ ਨੇ ਬਚਨ ਕੀਤਾ ਵੀ ਜਿਹਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਨਾ, ਉਹ ਹੰਕਾਰ ਛੱਡ ਕੇ ਨਿਮਰਤਾ ਵਿੱਚ ਆਉਂਦਾ ਹੈ। ਜਿਹਦੇ ਉੱਤੇ ਪ੍ਰਭੂ ਕਿਰਪਾ ਕਰੇ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ। ਜਿਹਦੇ ਹਿਰਦੇ ਵਿੱਚ ਗਰੀਬੀ ਵਸਾ ਦੇ, ਅੰਦਰ ਦੀ ਨਿਮਰਤਾ। ਨਾਨਕ ਈਹਾ ਮੁਕਤ ਆਗੇ ਸੁਖ ਪਾਵੇ। ਉਹ ਇੱਥੇ ਹੀ ਮੁਕਤ ਹੋ ਜਾਂਦਾ, ਜਿਉਂਦਿਆਂ ਹੀ ਮੁਕਤ ਹੋ ਜਾਂਦਾ, ਤੇ ਅੱਗੇ ਵੀ ਫਿਰ ਉਹ ਸੁਖ ਪਾਉਂਦਾ ਹੈ। ਜਗਤ ਗੁਰੂ ਜੀ ਕਹਿੰਦੇ ਸਿੱਧੋ ਗੁਰੂ ਕੇ ਸ਼ਬਦ ਦੇ ਅਨੁਸਾਰੀ ਹੋ ਕਰਕੇ, ਗੁਰੂ ਕਾ ਸ਼ਬਦ ਧਾਰਨ ਕਰਕੇ, ਗੁਰੂ ਕੇ ਉਪਦੇਸ਼ ਨੂੰ ਜੀਵਨ ਦੇ ਵਿੱਚ ਧਾਰਨ ਕਰਕੇ, ਹਉਮੈ ਨੂੰ ਤੇ ਮਾਇਆ ਰੂਪੀ ਜ਼ਹਿਰ ਨੂੰ, ਵਿਸ਼ੇ ਵਿਕਾਰਾਂ ਰੂਪੀ ਜ਼ਹਿਰ ਨੂੰ ਮਾਰਨਾ ਕਰੇ। ਤਾ ਨਿਜ ਘਰ ਹੋਵੇ ਵਾਸੋ। ਤਾਂ ਇਸ ਜੀਵ ਦਾ ਫਿਰ ਨਿਜ ਘਰ ਦੇ ਵਿੱਚ, ਆਤਮਿਕ ਘਰ ਦੇ ਵਿੱਚ ਵਾਸਾ ਹੁੰਦਾ ਹੈ। ਤਾਂ ਫਿਰ ਵਾਹਿਗੁਰੂ ਜੀ ਦਾ ਜੋ ਨਿੱਜੀ ਘਰ ਹੈ, ਸੱਚਖੰਡ ਦਰਬਾਰ, ਉਸ ਨਿਜ ਘਰ ਦੇ ਵਿੱਚ ਵਾਸਾ ਹੁੰਦਾ ਹੈ। ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ। ਜਿਸ ਵਾਹਿਗੁਰੂ ਜੀ ਨੇ ਸੰਸਾਰ ਦਾ ਰਚਨ ਰਚਿਆ ਹੋਇਆ ਹੈ, ਤਿਸ ਪਰਮੇਸ਼ਰ ਨੂੰ ਗੁਰੂ ਕੇ ਸ਼ਬਦ ਦੁਆਰਾ ਪਛਾਣੇ। ਕਿਉਂਕਿ ਉਹ ਪਰਮੇਸ਼ਰ ਗੁਰੂ ਕੇ ਸ਼ਬਦ ਦੁਆਰਾ ਪਛਾਣਿਆ ਜਾਂਦਾ ਹੈ। ਗੁਰੂ ਕੇ ਸ਼ਬਦ ਤੋਂ ਬਿਨਾਂ ਉਹ ਪਰਮੇਸ਼ਰ ਦੀ ਪਛਾਣ ਨਹੀਂ ਆਉਂਦੀ ਹੈ, ਉਹਦੇ ਨਾਲ ਜਾਣ ਪਛਾਣ ਨਹੀਂ ਬਣਦੀ ਹੈ। ਉਸ ਵਾਹਿਗੁਰੂ ਜੀ ਦੇ ਨਾਲ ਜੁੜਿਆ ਨਹੀਂ ਜਾਂਦਾ, ਜਿਸ ਨੇ ਸਾਰੇ ਰਚਨਾ ਨੂੰ ਰਚਿਆ ਹੈ, ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ। ਤਿਸ ਪ੍ਰਭੂ ਨੂੰ, ਤਿਸ ਬ੍ਰਹਮ ਨੂੰ ਗੁਰੂ ਕੇ ਸ਼ਬਦ ਦੇ ਦੁਆਰਾ ਪਛਾਨਣਾ ਕਰੇ। ਨਾਨਕ ਤਾ ਕਾ ਦਾਸ। ਤਾਂ ਮਹਾਰਾਜ ਸਾਹਿਬ ਕਹਿੰਦੇ ਭਾਈ ਅਸੀਂ ਤੇ ਉਸ ਦੇ ਦਾਸ ਹਾਂ। ਇਹ ਨਿਮਰਤਾ ਸਹਿਤ ਮਹਾਰਾਜ ਕਹਿੰਦੇ ਜਿਹੜਾ ਗੁਰੂ ਕੇ ਸ਼ਬਦ ਨਾਲ ਜੁੜ ਕੇ ਪ੍ਰਭੂ ਦੇ ਨਾਲ, ਪ੍ਰਭੂ ਦੀ ਪਛਾਣ ਕਰਦਾ ਹੈ, ਨਾਨਕ ਤਾ ਕਾ ਦਾਸੋ,
ਤਾਂ ਅਸੀਂ ਮਾਰੇ ਕਹਿੰਦੇ ਉਸ ਦੇ ਦਾਸ ਹਾਂ, ਉਹਦੇ ਤੋਂ ਸਦਕੇ ਜਾਂਦੇ ਹਾਂ। ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਹਉ ਕੁਰਬਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੇ ਹਉ ਸਦ ਕੁਰਬਾਨੇ ਜਾਓ। ਜੋ ਜੀਵ ਗੁਰੂ ਕੇ ਸ਼ਬਦ ਦਾ ਧਾਰਨੀ ਹੋ ਕਰਕੇ ਉਸ ਰਚਨਹਾਰ ਪਰਮੇਸ਼ਰ ਨੂੰ ਪਛਾਣਦਾ ਹੈ, ਉਸ ਨਾਲ ਜੁੜਦਾ ਹੈ, ਉਸ ਪ੍ਰਭੂ ਪਿਆਰੇ ਦੇ ਦਾਸ ਬਣਨਾ ਕਰੋ, ਨਿਮਰਤਾ ਧਾਰਨ ਕਰੋ। ਕਹਾ ਤੇ ਆਵੇ ਕਹਾ ਇਹੋ ਜਾਵੇ। ਜੋ ਇਸੇ ਤਰ੍ਹਾਂ ਇਹ 21ਵੀਂ ਪੌੜੀ ਦੇ ਵਿੱਚ ਬਾਕੀ ਦੇ ਸਵਾਲ ਹਨ, ਉਹਨਾਂ ਦਾ ਮਹਾਰਾਜ ਸਾਹਿਬ ਨੇ ਉੱਤਰ ਅੱਗੇ 23ਵੀਂ ਪੌੜੀ ਦੇ ਵਿੱਚ ਦੇਣਾ ਜਾ ਕੇ ਸਾਧ ਸੰਗਤ। ਫਿਰ ਇੱਕ ਹੋਰ ਸਿੱਧ ਆ ਗਿਆ ਵਿੱਚ ਕਾਲਾ ਬਹੁਤਾ, ਉਹ ਕਹਿੰਦਾ ਮਹਾਰਾਜ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇ ਦਿਓ, ਹੁਣ ਇਹਨਾਂ ਸਿੱਧਾਂ ਦੇ ਸਵਾਲਾਂ ਦਾ ਜਵਾਬ ਤੁਸੀਂ ਬਾਅਦ ਵਿੱਚ ਦਿਓ। ਤਾਂ ਮਹਾਰਾਜ ਕਹਿੰਦੇ ਭਾਈ ਚੱਲ ਤੂੰ ਪਹਿਲਾਂ ਆਪਣੇ ਸਵਾਲ ਕਰ ਲਾ। ਤਾਂ ਇਹ ਹੋਰ ਸਿੱਧ ਨੇ ਫਿਰ ਆ ਸਵਾਲ ਕੀਤੇ ਆ, ਪਹਿਲੇ ਹਾਲੇ ਉੱਤਰ ਦੇਣ ਵਾਲੇ ਉਹ ਅਗਲੀ ਪੌੜੀ 'ਚ ਉੱਤਰ ਦੇਣਗੇ ਮਹਾਰਾਜ ਸਾਹਿਬ। ਇਹ ਕਾਲਾ ਸਿੱਧ ਆ ਗਿਆ ਨਾ, ਉਹ ਕਹਿੰਦਾ ਮੈਨੂੰ ਛੇਤੀ ਛੇਤੀ ਜਵਾਬ ਦੇ ਦਿਓ, ਮੈਨੂੰ ਉੱਤਰ ਦੇ ਦਿਓ। ਤਾਂ ਉਹ ਸਿੱਧ ਸਵਾਲ ਕਰਦਾ ਹੈ ਕਹਾ ਤੇ ਆਵੇ, ਇਹ ਜੀਵ ਕਿੱਥੋਂ ਆਉਂਦਾ ਹੈ, ਕਿਸ ਤਰ੍ਹਾਂ ਆਉਂਦਾ ਹੈ, ਕਹਾ ਇਹੋ ਜਾਵੇ। ਫਿਰ ਮਹਾਰਾਜ ਕਿਸ ਪ੍ਰਕਾਰ ਇਹ ਕਿੱਥੇ ਚਲੇ ਜਾਂਦਾ ਹੈ, ਕਹਾ ਇਹੋ ਰਹਿ ਸਮਾਈ। ਤੇ ਕਿੱਥੇ ਮਹਾਰਾਜ ਕਿਸ ਪ੍ਰਕਾਰ ਕਿਸ ਥਾਂ ਦੇ ਉੱਤੇ ਸਮਾਇਆ ਰਹਿੰਦਾ ਹੈ ਜੀਵ, ਇਹ ਜੀਵ ਦੀ ਸਮਾਈ ਕਿਵੇਂ ਹੁੰਦੀ ਹੈ। ਇਸ ਸ਼ਬਦ ਕੋ ਜੋ ਅਰਥ ਆਵੇ। ਜੋ ਮਹਾਰਾਜ ਮੈਂ ਇਹ ਸਵਾਲ ਪੁੱਛਿਆ ਹੈ, ਇਹ ਜੀਵ ਕਿਸ ਤਰ੍ਹਾਂ ਆਉਂਦਾ ਹੈ, ਕਿਸ ਤਰ੍ਹਾਂ ਜਾਂਦਾ ਹੈ, ਔਰ ਕਿਵੇਂ ਇਹਦੀ ਸਮਾਈ ਹੋਵੇਗੀ। ਇਸ ਸ਼ਬਦ ਦੀ, ਮੇਰੇ ਸਵਾਲ ਦੀ, ਇਸ ਸ਼ਬਦ ਦਾ ਜੋ ਅਰਥ ਦੱਸੇ, ਜੋ ਉੱਤਰ ਦੇਵੇ, ਇਸ ਸ਼ਬਦ ਦਾ ਜੋ ਅਰਥ ਆਵੇ, ਇਹਨਾਂ ਮੇਰੇ ਸਵਾਲਾਂ ਦਾ ਜੋ ਅਰਥ ਜਿਹੜਾ ਹੈ ਉਹ ਦੱਸਣਾ ਕਰੇ। ਤਿਸ ਗੁਰ ਤਿਲ ਨਾ ਤਮਾਈ। ਤੇ ਤਿਸ ਨੂੰ ਮੈਂ ਆਪਣਾ ਗੁਰੂ ਮੰਨਾਂਗਾ, ਤੇ ਮੈਂ ਸਮਝਾਂਗਾ ਵੀ ਉਸ ਗੁਰੂ ਨੂੰ ਤਿਲ ਜਿੰਨਾ ਵੀ ਤਮਾ ਨਹੀਂ ਹੈ, ਤਿਲ ਜਿੰਨਾ ਵੀ ਲਾਲਚ ਨਹੀਂ ਹੈ, ਤਿਲ ਜਿੰਨੀ ਵੀ ਕੋਈ ਖਾਹਸ਼ ਨਹੀਂ ਹੈ। ਮੈਂ ਆਪਣਾ ਗੁਰੂ ਮੰਨਾਂਗਾ ਜਿਹੜਾ ਇਸ ਸ਼ਬਦ ਨੂੰ ਮੈਨੂੰ ਸਮਝਾ ਦਵੇ, ਅਰਥ ਕਰਕੇ ਸੁਣਾ ਦਵੇ। ਕਿਉ ਤਤੈ ਅਵਗਤੈ ਪਾਵੈ। ਤੇ ਮਹਾਰਾਜ ਇੱਕ ਮੇਰਾ ਇਹ ਵੀ ਸਵਾਲ ਵਾ ਕਿ ਜਿਹੜਾ ਅਵਗਤੈ ਪਰਮੇਸ਼ਰ ਹੈ ਨਾ, ਵਿਅਕਤੀ ਤੋਂ ਰਹਿਤ, ਵਿਅਕਤੀ ਸਰੂਪ ਤੋਂ ਰਹਿਤ ਜੋ ਹੈ, ਉਹ ਪਰਮੇਸ਼ਰ ਜੀ ਦਾ ਕੋਈ ਚੱਕਰ ਚਿਹਨ ਨਹੀਂ ਹੈ। ਚੱਕਰ ਚਿਹਨ ਯਾਰ ਵਰਨ ਜਾਤ ਯਾਰ ਪਾਤ ਨਹਿਨ ਜਿਹੇ, ਐਸਾ ਜੋ ਸਰੂਪ ਹੈ ਉਹ ਤੱਤੈ ਸਿਧਾਂਤ ਸਰੂਪ ਪਰਮੇਸ਼ਰ ਜੋ ਵਿਅਕਤੀ ਸਰੂਪ ਤੋਂ ਰਹਿਤ ਹੈ, ਉਹਨੂੰ ਕਿਵੇਂ ਪਾਵੇ, ਕਿਵੇਂ ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਹੋਵੇ। ਗੁਰਮੁਖ ਲੱਗੇ ਪਿਆਰੋ। ਤਾਂ ਇਸ ਸਵਾਲ ਦਾ ਮਹਾਰਾਜ ਨੇ ਨਾਲ ਹੀ ਉੱਤਰ ਦੇ ਦਿੱਤਾ। ਸਿੱਧ ਕਹਿੰਦਾ ਕਿ ਉਹ ਤੱਤੈ ਅਵਗਤੈ ਭਾਵ ਹੈ, ਉਹ ਤਤ ਸਰੂਪ ਵਿਅਕਤੀ ਤੋਂ ਰਹਿਤ ਜੋ ਪਰਮੇਸ਼ਰ ਹੈ, ਉਹਨੂੰ ਮਹਾਰਾਜ ਕਿਵੇਂ ਪਾਇਆ ਜਾਵੇ। ਤੇ ਸਤਿਗੁਰੂ ਕਹਿੰਦੇ ਭਾਈ ਤੂੰ ਬਹੁਤਾ ਕਾਲਾ ਵਾ। ਇਹਦਾ ਉੱਤਰ ਇਹ ਹੈ ਗੁਰਮੁਖ ਲੱਗੇ ਪਿਆਰੋ, ਜਿਹਦਾ ਭਾਈ ਗੁਰੂ ਕੀ ਸ਼ਰਨ ਵਿੱਚ ਪੈ ਕਰਕੇ, ਮੁਖੀ ਗੁਰੂ ਸਾਹਿਬ ਜੀ ਦਾ ਉਪਦੇਸ਼ ਲੈ ਕਰਕੇ ਉਸ ਵਾਹਿਗੁਰੂ ਨਾਲ ਪਿਆਰ ਲੱਗ ਜਾਵੇ ਨਾ, ਤੇ ਉਹ ਫਿਰ ਅਵਗਤ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਹੈ। ਆਪੇ ਸੁਰਤਾ ਆਪੇ ਕਰਤਾ। ਇਹ ਸਿੱਧੋ ਪਰਮੇਸ਼ਰ ਆਪ ਹੀ ਸੁਰਤਾ ਹੈ। ਸੁਰਤਾ ਕਹੀਏ ਗਿਆਨਵਾਨ ਹੈ, ਸੁਰਤਾ ਆਪ ਹੀ ਉਹ ਪੰਡਤ ਗਿਆਨਵਾਨ ਹੈ। ਆਪੇ ਕਰਤਾ, ਤੇ ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਕਰਤਾ ਹੈ। ਕਰਤਾ ਕਹਿੰਦੇ ਪੈਦਾ ਕਰਨ ਵਾਲੇ, ਉਹ ਕਰਤਾ ਵੀ ਆਪ ਹੀ ਹੈ। ਇਸੇ ਤਰ੍ਹਾਂ ਦੂਸਰਾ ਭਾਵ ਹੈ ਆਪੇ ਸੁਰਤਾ, ਆਪ ਹੀ ਉਹ ਸਰੋਤਾ ਰੂਪ ਵੀ ਹੈ। ਆਪੇ ਕਰਤਾ, ਆਪੇ ਜੀਵ ਰੂਪ ਹੋ ਕਰਕੇ ਉਹ ਕਰਮਾਂ ਨੂੰ ਕਰਨ ਵਾਲਾ ਵੀ ਹੈ। ਕਹੋ ਨਾਨਕ ਵਿਚਾਰੋ। ਤਾਂ ਮਹਾਰਾਜ ਸਾਹਿਬ ਕਹਿੰਦੇ ਸਿੱਧੋ ਉਸ ਵਾਹਿਗੁਰੂ ਪਰਮੇਸ਼ਰ ਦੀ ਵਿਚਾਰ ਕਹਿਣੀ ਚਾਹੀਦੀ ਹੈ, ਉਸ ਪਰਮੇਸ਼ਰ ਵਾਹਿਗੁਰੂ ਜੀ ਦਾ ਜਸ ਕਹਿਣਾ ਚਾਹੀਦਾ ਹੈ, ਉਸ ਦੀ ਵਿਚਾਰ। ਅਥਵਾ ਜੋ ਪਰਮੇਸ਼ਰ ਵਾਹਿਗੁਰੂ ਆਪ ਹੀ ਸੁਰਤਾ ਗਿਆਨਵਾਨ ਹੈ, ਆਪ ਹੀ ਕਰਤਾ ਹੈ, ਮਹਾਰਾਜ ਸਾਹਿਬ ਉਸ ਦੀ ਵਿਚਾਰ ਕਰਕੇ ਦੱਸੋ ਜੀ। ਹੁਕਮੇ ਆਵੇ ਹੁਕਮੇ ਜਾਵੇ। ਪਿੱਛੇ ਸਿੱਧ ਨੇ ਸੋ ਜੋ ਸਵਾਲ ਕੀਤਾ ਸੀ, ਕਹਾ ਤੇ ਆਵੇ ਕਹਾ ਇਹੋ ਜਾਵੇ।
ਕਿ ਕਿਵੇਂ ਇਹ ਜੀਵ ਆਉਂਦਾ ਹੈ ਤੇ ਕਿਵੇਂ ਇਹ ਜਾਂਦਾ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਹੁਕਮੇ ਆਵੇ, ਹੁਕਮ ਦੇ ਨਾਲ ਹੀ ਇਹ ਜੀਵ ਜਨਮ ਲੈ ਕੇ ਆਉਂਦਾ ਹੈ। ਹੁਕਮੇ ਜਾਵੇ। ਸਿੱਧ ਨੇ ਆਖਿਆ ਸੀ ਦੂਸਰਾ ਸਵਾਲ, ਕਹਾ ਇਹੋ ਜਾਵੇ, ਕਿਸ ਪ੍ਰਕਾਰ ਇਹ ਜੀਵ ਜਾਂਦਾ ਕਿਵੇਂ ਹੈ। ਤਾਂ ਸਤਿਗੁਰੂ ਕਹਿੰਦੇ ਹੁਕਮੇ ਜਾਵੇ, ਹੁਕਮ ਦੇ ਵਿੱਚ ਹੀ ਜਾਂਦਾ ਭਾਈ, ਹੁਕਮ ਦੇ ਵਿੱਚ ਹੀ ਆਉਂਦਾ ਹੈ ਤੇ ਹੁਕਮ ਦੇ ਵਿੱਚ ਹੀ ਜਾਂਦਾ ਹੈ। ਹੁਕਮ ਬਹੁਤ ਵੱਡਾ ਹੈ ਸਾਧ ਸੰਗਤ ਜੀ, ਜਿੱਡਾ ਵੱਡਾ ਹੁਕਮ ਕਰਨ ਵਾਲਾ ਹੈ ਨਾ ਉੱਡਾ ਹੀ ਵੱਡਾ ਉਹਦਾ ਹੁਕਮ ਹੈ। ਹੁਕਮ ਕਰਨ ਵਾਲਾ ਆਪ ਵੱਡਾ ਹੈ ਤੇ ਹੁਕਮ ਵੀ ਉਹਦਾ ਵੱਡਾ ਹੀ ਹੈ। ਤੇ ਸਿੱਧਾ ਨੇ ਇਹ ਵੀ ਆਖਿਆ ਸੀ ਮਹਾਰਾਜ ਸਾਹਿਬ ਨੂੰ, ਜਪਜੀ ਸਾਹਿਬ ਦੀ ਬਹੁਤੀ ਵਿਚਾਰ ਵੀ ਸਿੱਧਾ ਨਾਲ ਹੀ ਹੋਈ ਹੈ। ਸਿੱਧਾ ਨਾਲ ਵਿਚਾਰ ਕਰਦੇ ਹੀ ਜਪਜੀ ਸਾਹਿਬ ਬਾਣੀ ਉਚਾਰਨ ਕੀਤੀ ਮਹਾਰਾਜ ਨੇ। ਕਹਿੰਦੇ ਸੀ ਮਹਾਰਾਜ ਉਹ ਪਰਮੇਸ਼ਰ ਕਿੱਡਾ ਕੁ ਵੱਡਾ। ਸਤਿਗੁਰੂ ਕਹਿੰਦੇ ਉਹ ਏਡਾ ਵੱਡਾ ਵਾ ਦੱਸਿਆ ਹੀ ਨਹੀਂ ਜਾ ਸਕਦਾ, ਜਾਣਿਆ ਹੀ ਨਹੀਂ ਜਾਂਦਾ ਕਿੱਡਾ ਕੁ ਵੱਡਾ। ਫਿਰ ਮਹਾਰਾਜ ਦੱਸੋ ਵੀ ਉਹ ਪਰਮੇਸ਼ਰ ਦਾ ਹੁਕਮ ਕਿੱਡਾ ਵੱਡਾ ਹੈ। ਇਹਨਾਂ ਦਾ ਖਿਆਲ ਸੀ ਜੇ ਹੁਕਮ ਦੇ ਬਾਰੇ ਦੱਸਣਗੇ ਕਿ ਹੁਕਮ ਐਡਾ ਕੁ ਵੱਡਾ ਹੈ ਤੇ ਉੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਪਰਮੇਸ਼ਰ ਏਡਾ ਵੱਡਾ ਵੀ ਕਿੱਥੋਂ ਤੀਕ ਉਹਦਾ ਹੁਕਮ ਚੱਲਦਾ ਹੈ, ਕਿਉਂਕਿ ਉਹ ਹੁਕਮ ਦੇ ਨਾਲ ਫਿਰ ਅੰਦਾਜ਼ਾ ਲਾਇਆ ਜਾ ਸਕਦਾ ਨਾ। ਉਹਨਾਂ ਖਿਆਲ ਕੀਤਾ ਵੀ ਜਿਵੇਂ ਰਾਜੇ ਲੋਕ ਆ, ਜਿੱਡਾ ਕਿ ਕੋਈ ਰਾਜਾ ਹੈ, ਜਿੰਨੇ ਕੁ ਇਲਾਕੇ ਦਾ ਜਿੰਨੇ ਕੁ ਦੇਸ਼ ਦਾ ਉੱਥੋਂ ਕੁ ਤੀਕ ਉਹਦਾ ਹੁਕਮ ਚੱਲਦਾ ਹੁੰਦਾ ਹੈ ਤੇ ਉੱਥੋਂ ਅੰਦਾਜ਼ਾ ਲਾ ਲਈਦਾ ਹੈ ਵੀ ਆਹ ਜਿਹੜਾ ਰਾਜਾ ਹੈ ਇਹਦੀ ਇੰਨੀ ਕੁ ਆਗਿਆ ਇੱਥੋਂ ਤੀਕ ਮੰਨੀ ਜਾਂਦੀ ਹੈ, ਇਹਦਾ ਹੁਕਮ ਇਸ ਦੇਸ਼ ਵਿੱਚ ਚੱਲਦਾ ਹੈ, ਇਸ ਸੂਬੇ ਦਾ ਇਹ ਰਾਜਾ ਹੈ, ਇਹ ਮੰਤਰੀ ਹੈ। ਤੋ ਇਸ ਪ੍ਰਕਾਰ ਦੇ ਨਾਲ ਇਹਨਾਂ ਖਿਆਲ ਕੀਤਾ। ਮਹਾਰਾਜ ਕਹਿੰਦੇ ਵੀ ਸਿੱਧੋ ਪਰਮੇਸ਼ਰ ਦਾ ਹੁਕਮ ਏਡਾ ਵੱਡਾ ਹੈ ਵੀ ਉਹ ਹੁਕਮ ਦੇ ਬਾਰੇ ਹੀ ਨਹੀਂ ਕੁਝ ਦੱਸਿਆ ਜਾ ਸਕਦਾ, ਨਾ ਤੇ ਹੁਕਮ ਦੱਸਿਆ ਜਾ ਸਕਦਾ ਹੈ, ਨਾ ਹੁਕਮ ਨੂੰ ਸਾਰਾ ਸਮਝਿਆ ਜਾ ਸਕਦਾ ਹੈ। ਅਸਚਰਜੀ ਪਰਮੇਸ਼ਰ ਹੈ ਤੇ ਅਸਚਰਜੀ ਉਹਦਾ ਹੁਕਮ ਹੈ। ਜਪਜੀ ਸਾਹਿਬ ਚ ਪੂਰੀ ਪੌੜੀ ਉਚਾਰਨ ਕੀਤੀ ਮਹਾਰਾਜ ਨੇ ਹੁਕਮ ਦੇ ਉੱਤੇ। ਗਰੀਬ ਨਵਾਜ ਕਹਿੰਦੇ ਹੁਕਮੀ ਹੋਵਨ ਆਕਾਰ, ਸਾਰੇ ਖੰਡਾਂ ਬ੍ਰਹਿਮੰਡਾਂ ਦੇ ਆਕਾਰ, ਮਨੁੱਖਾਂ ਦੇ, ਪਸ਼ੂਆਂ ਪੰਛੀਆਂ ਦੇ ਆਕਾਰ, ਪੰਜਾਂ ਤੱਤਾਂ ਦੇ, ਜਿੰਨੀ ਸ੍ਰਿਸ਼ਟੀ ਸਾਰਾ ਹੀ ਆਕਾਰ ਜਿੰਨਾ ਬਣਿਆ ਹੈ ਨਾ, ਇਹ ਧਰਤੀਆਂ, ਆਕਾਸ਼, ਖੰਡ ਬ੍ਰਹਿਮੰਡ, ਇਹ ਲੱਖਾਂ ਪਤਾਲ, ਲੱਖਾਂ ਆਕਾਸ਼, ਇਹ ਹੁਕਮ ਦੇ ਵਿੱਚ ਹੀ ਬਣੇ ਸਾਰੇ ਆਕਾਰ। ਹੁਕਮੀ ਹੋਵਨ ਆਕਾਰ, ਨਾਲ ਹੀ ਕਹਿ ਦਿੱਤਾ ਹੁਕਮ ਨਾ ਕਹਿਆ ਜਾਈ। ਹੁਕਮ ਕਿੱਡਾ ਕੁ ਵੱਡਾ, ਹੁਕਮ ਦੱਸਿਆ ਹੀ ਨਹੀਂ ਜਾ ਸਕਦਾ। ਹੁਕਮੀ ਹੋਵਨ ਜੀ, ਹੁਕਮ ਦੇ ਵਿੱਚ ਹੀ ਜੀਵ ਪੈਦਾ ਹੋ ਰਹੇ। ਹੁਕਮ ਮਿਲੈ ਵਡਿਆਈ, ਹੁਕਮ ਦੇ ਵਿੱਚ ਹੀ ਜੀਵਾਂ ਨੂੰ ਵਡਿਆਈਆਂ ਮਿਲ ਰਹੀਆਂ, ਨਾਮ ਦੀ ਵਡਿਆਈ ਮਿਲ ਰਹੀ ਹੈ। ਹੁਕਮੀ ਉੱਤਮ ਨੀਚ, ਹੁਕਮ ਦੇ ਵਿੱਚ ਹੀ ਕੋਈ ਉੱਤਮ ਹੋ ਰਿਹਾ, ਕੋਈ ਨੀਚ ਹੋ ਰਿਹਾ, ਕੋਈ ਨੀਚਾਂ ਤੋਂ ਉੱਤਮ ਹੋ ਰਿਹਾ, ਕੋਈ ਉੱਤਮਾਂ ਤੋਂ ਨੀਚ ਹੋ ਰਿਹਾ। ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਹੁਕਮ ਦੇ ਅਨੁਸਾਰ ਹੀ ਲੇਖ ਲਿਖੇ ਜਾਂਦੇ ਆ ਤੇ ਜੀਵ ਦੁੱਖ ਤੇ ਸੁੱਖ ਪਾਉਂਦੇ ਆ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਨਾਲ ਉਹ ਹੁਕਮ ਦੇ ਵਿੱਚ ਹੀ ਬਖਸ਼ਿਸ਼ਾਂ ਮਿਲਦੀਆਂ, ਸਿਰੋਂ ਪਾਉ ਮਿਲਦੇ। ਇੱਕ ਹੁਕਮੀ ਸਦਾ ਭਵਾਈ ਹੈ, ਇੱਕ ਹੁਕਮ ਦੇ ਵਿੱਚ ਹੀ ਜੂਨਾਂ ਦੇ ਵਿੱਚ ਭਵਾਏ ਜਾਂਦੇ ਆ, ਜਨਮ ਮਰਨ ਦੇ ਵਿੱਚ ਭਰਮਾਏ ਜਾਂਦੇ ਆ। ਭਵਾਂਟਲੀਆਂ ਵੀ ਖਾਂਦੇ ਇੱਕ ਹੁਕਮ ਦੇ ਵਿੱਚ ਹੀ, ਉਹ ਭਰਮਦੇ ਹੀ ਫਿਰਦੇ ਆ, ਭਟਕਦੇ ਹੀ ਫਿਰਦੇ ਆ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮ ਹੈ ਅੰਦਰ ਸਭ ਕੋ, ਇਹ ਸਿੱਧੋ ਹੁਕਮ ਦੇ ਅੰਦਰ ਹੀ ਹੈ ਸਭ ਕੁਝ, ਬਾਹਰ ਹੁਕਮ ਨਾ ਕੋਏ। ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਨਾਨਕ ਹੁਕਮ ਹੈ ਜੇ ਬੁੱਝੈ, ਮਹਾਰਾਜ ਕਹਿੰਦੇ ਜੇਕਰ ਇਹ ਜੀਵ ਹੁਕਮ ਨੂੰ ਬੁੱਝ ਲਵੇ ਗੁਰੂ ਜੀ ਦੀ ਸ਼ਰਨ ਵਿੱਚ ਪੈ ਕੇ, ਤਾਂ ਹਉਮੈ ਕਹੈ ਨਾ ਕੋਇ, ਫਿਰ ਕੋਈ ਵੀ ਹਉਮੈ ਦੇ ਵਾਕ ਨਹੀਂ ਕਵੇਗਾ। ਹਉਮੈ ਮੁੱਕ ਜਾਵੇਗੀ, ਇਹਦੀ ਹਉਮੈ ਦੀ ਸਮਾਪਤੀ ਹੋ ਜਾਵੇਗੀ ਜੇ ਹੁਕਮ ਨੂੰ ਬੁੱਝ ਲਵੇ ਕਿ ਹੁਕਮ ਕਿੱਡਾ ਵੱਡਾ ਹੈ। ਹੁਕਮ ਦੇ ਵਿੱਚ ਹੀ ਸਾਰਾ ਵਰਤਾਰਾ ਵਰਤ ਰਿਹਾ। ਤਾਂ ਸਤਿਗੁਰੂ ਕਹਿੰਦੇ ਹੇ ਸਿੱਧੋ ਹੁਕਮੇ ਆਵੈ,
ਹੁਕਮੇ ਜਾਵੈ, ਹੁਕਮ ਦੇ ਵਿੱਚ ਹੀ ਜੀਵ ਆਉਂਦਾ ਹੈ ਜਨਮ ਲੈ ਕੇ, ਤੇ ਹੁਕਮ ਦੇ ਵਿੱਚ ਹੀ ਜਾਂਦਾ ਹੈ। ਹੁਕਮ ਨੂੰ ਭਾਣਾ ਵੀ ਆਖਿਆ ਸਾਧ ਸੰਗਤ ਜੀ। ਭਾਣਾ ਆਮ ਕਰਕੇ ਸੰਸਾਰ ਦੇ ਵਿੱਚ ਭਾਣਾ ਉਸ ਵੇਲੇ ਵਰਤਿਆ ਜਾਂਦਾ ਅੱਖਰ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ। ਕਹਿੰਦੇ ਜੀ ਭਾਣਾ ਵਰਤ ਗਿਆ, ਭਾਣਾ ਹੋ ਗਿਆ। ਪਰ ਜਦੋਂ ਕੋਈ ਬੱਚੇ ਬੱਚੀ ਦਾ ਜਨਮ ਹੁੰਦਾ ਉਸ ਵੇਲੇ ਕੋਈ ਭਾਣਾ ਅੱਖਰ ਨਹੀਂ ਵਰਤਦਾ ਇਸ ਸੰਸਾਰ ਵਿੱਚ, ਬਹੁਤ ਘੱਟ। ਉਦੋਂ ਨਹੀਂ ਕੋਈ ਕਹਿੰਦਾ ਵੀ ਹੁਣ ਭਾਣਾ ਵਰਤਿਆ ਇਹ ਜਨਮ ਹੋਇਆ। ਭਾਣੇ ਨੂੰ ਕੱਲਾ ਮੌਤ ਨਾਲ ਜੋੜਿਆ ਹੋਇਆ ਇਸ ਸੰਸਾਰ ਦੇ ਲੋਕਾਂ ਨੇ। ਪਰ ਮਹਾਰਾਜ ਕਹਿੰਦੇ ਭਾਣੇ ਤੋਂ ਬਿਨਾਂ ਤੇ ਕੁਝ ਵੀ ਨਹੀਂ ਹੋ ਰਿਹਾ। ਜਨਮ ਵੀ ਭਾਣੇ ਵਿੱਚ ਹੈ, ਵਿਆਹ ਵੀ ਭਾਣੇ ਵਿੱਚ ਹੈ, ਮਰਨ ਵੀ ਭਾਣੇ ਵਿੱਚ ਹੈ। ਸਤਿਗੁਰਾਂ ਨੇ ਆਸਾ ਕੀ ਵਾਰ ਦੇ ਵਿੱਚ ਹੀ ਫਰਮਾਇਆ ਨਾ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਜੰਮਣਾ ਵੀ ਹੁਕਮ ਦੇ ਵਿੱਚ, ਮਰਨਾ ਵੀ ਹੁਕਮ ਦੇ ਵਿੱਚ, ਤੇ ਭਾਣੇ ਵਿੱਚ ਹੀ ਜੀਵ ਜਨਮ ਲੈ ਕੇ ਆਉਂਦਾ ਤੇ ਭਾਣੇ ਦੇ ਵਿੱਚ ਹੀ ਜਾਂਦਾ ਏ। ਸਤਿਗੁਰੂ ਕਹਿੰਦੇ ਹੁਕਮ ਦੇ ਵਿੱਚ ਜੀਵ ਆਉਂਦਾ ਹੈ, ਪਰਮੇਸ਼ਰ ਦਾ ਭੇਜਿਆ ਹੋਇਆ, ਤੇ ਹੁਕਮ ਦੇ ਵਿੱਚ ਹੀ ਜਾਂਦਾ ਹੈ। ਜਿਸ ਵੇਲੇ ਸਵਾਸ ਪੂਰੇ ਹੋ ਜਾਂਦੇ ਹਨ, ਹੁਕਮੇ ਰਹਿ ਸਮਾਈ, ਤੇ ਹੁਕਮ ਦੇ ਵਿੱਚ ਹੀ ਰਹਿੰਦਾ ਹੈ। ਜਿੱਥੇ ਪਰਮੇਸ਼ਰ ਇਹਨੂੰ ਰੱਖਦਾ ਉੱਥੇ ਇਹਨੂੰ ਰਹਿਣਾ ਪੈਂਦਾ, ਉੱਥੇ ਸਮਾਈ ਕਰਨੀ ਪੈਂਦੀ। ਕਿਉਂਕਿ ਪਿੱਛੇ ਹੁਕਮ ਕਰਕੇ ਜਿੱਥੇ ਵਾਹਿਗੁਰੂ ਨੇ ਰੱਖਿਆ, ਜਿਹੜੇ ਦੇਸ਼ ਵਿੱਚ ਜਨਮ ਦਿੱਤਾ, ਜਿਹੜੀ ਧਰਤੀ ਤੇ ਜਨਮ ਦਿੱਤਾ, ਜਿੱਥੇ ਰੱਖਿਆ ਉੱਥੇ ਰਹਿਣਾ ਪੈਂਦਾ, ਉੱਥੋਂ ਦਾ ਚੋਗਾ ਚੁਗਣਾ ਪੈਂਦਾ। ਨੱਕ ਦੇ ਵਿੱਚ ਨੱਥ ਪਾਈ ਹੋਈ ਹੈ, ਆਪਣੇ ਹੱਥ ਵਿੱਚ ਉਹਨੇ ਮਾਲਕ ਨੇ ਫੜੀ ਹੋਈ ਹੈ। ਜਿੱਥੇ ਰੱਖਦਾ ਹੈ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਆਪ ਨਾਥ ਨਾਥੀ ਸਭ ਜਾ ਕੇ, ਆਪ ਮਾਲਕ ਹੈ, ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੀ ਨੱਥੀ ਹੋਈ ਹੈ, ਨੱਥ ਪਾਈ ਹੋਈ ਹੁਕਮ ਦੀ ਉਹਨੇ ਸਾਰਿਆਂ ਦੇ। ਤੋ ਸਤਿਗੁਰੂ ਗਰੀਬ ਨਵਾਜ ਸਾਹਿਬ ਕਹਿੰਦੇ ਜਿੱਥੇ ਵਾਹਿਗੁਰੂ ਜੀ ਰੱਖਦੇ ਉੱਥੇ ਜੀਵ ਨੂੰ ਸਮਾਈ ਕਰਨੀ ਪੈਂਦੀ। ਤੇ ਦੂਸਰਾ ਭਾਵ ਇਹ ਵੀ ਹੈ, ਸਤਿਗੁਰੂ ਕਹਿੰਦੇ ਹੁਕਮ ਦੇ ਵਿੱਚ ਜਨਮ ਹੋ ਰਿਹਾ ਹੈ ਜੀਵ ਦਾ, ਜਨਮ ਲੈ ਕੇ ਹੁਕਮ ਵਿੱਚ ਆ ਰਿਹਾ ਹੈ ਸੰਸਾਰ ਤੇ। ਹੁਕਮ ਦੇ ਵਿੱਚ ਹੀ ਇਹਦੇ ਸਵਾਸ ਪੂਰੇ ਹੋ ਰਹੇ ਆ, ਮਰਨਾ ਵੀ ਹੁਕਮ ਦੇ ਵਿੱਚ ਹੋ ਰਿਹਾ। ਜਿਹੜਾ ਵਿਚਕਾਰਲਾ ਸਮਾਂ ਹੈ ਨਾ, ਜਨਮ ਤੋਂ ਲੈ ਕੇ ਮਰਨ ਤੱਕ ਦਾ, ਇਹ ਵੀ ਜੀਵ ਨੂੰ ਚਾਹੀਦਾ ਵਾ ਵੀ ਵਾਹਿਗੁਰੂ ਦੇ ਹੁਕਮ ਨੂੰ ਸਮਝੇ, ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਜਦੋਂ ਇਹ ਹੁਕਮ ਨੂੰ ਬੁੱਝ ਲਵੇਗਾ ਤੇ ਫਿਰ ਹੁਕਮੇ ਰਹਿ ਸਮਾਈ, ਹੁਕਮ ਨੂੰ ਸਮਝ ਕਰਕੇ ਫਿਰ ਵਾਹਿਗੁਰੂ ਦੇ ਵਿੱਚ ਇਹਦੀ ਸਮਾਈ ਹੋ ਜਾਵੇ, ਫਿਰ ਪਰਮੇਸ਼ਰ ਦੇ ਵਿੱਚ ਇਹ ਭੇਦ ਹੋ ਜਾਵੇ। ਵੇਖੋ, ਜਨਮ ਕਿਸੇ ਦੇ ਆਪਣੇ ਹੱਥ ਵਿੱਚ ਨਹੀਂ ਹੈ। ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਏ ਸੰਸਾਰ ਦੇ ਉੱਤੇ, ਸਾਨੂੰ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਜਨਮ ਦੇ ਕੇ ਭੇਜਿਆ, ਤੇ ਅਸੀਂ ਆਪਣੀ ਮਰਜ਼ੀ ਨਾਲ ਜਾਣਾ ਵੀ ਨਹੀਂ ਸੰਸਾਰ ਤੋਂ। ਜਦੋਂ ਹੁਕਮ ਆ ਗਿਆ, ਚਿੱਠੀ ਆ ਗਈ, ਤੇ ਫਿਰ ਜਾਣਾ ਪੈਣਾ। ਫਿਰ ਭਾਵੇਂ ਕੋਈ ਕਿੰਨੇ ਯਤਨ ਕਰ ਵੀ ਲਵੇ ਵੀ ਮੈਂ ਨਹੀਂ ਜਾਣਾ, ਤੇ ਉਹਨੂੰ ਜਾਣਾ ਹੀ ਪੈਂਦਾ ਜਦੋਂ ਵਾਰੀ ਆ ਜਾਵੇ। ਜਨਮ ਹੁਕਮ ਦੇ ਵਿੱਚ, ਮਰਨ ਹੁਕਮ ਦੇ ਵਿੱਚ, ਤੇ ਮਹਾਰਾਜ ਕਹਿੰਦੇ ਜਿਹੜਾ ਵਿਚਲਾ ਸਮਾਂ ਜੀਵਨ ਦਾ, ਇਹਦੇ ਵਿੱਚ ਤੂੰ ਗੁਰੂ ਕੀ ਸ਼ਰਨ ਵਿੱਚ ਪੈ ਕੇ ਹੁਕਮ ਨੂੰ ਸਮਝ, ਹੁਕਮ ਨੂੰ ਬੁੱਝ ਵੀ ਜਿਹੜਾ ਹੁਕਮ, ਜਨਮ ਤੇਰੇ ਹੱਥ ਵਿੱਚ ਨਹੀਂ, ਮਰਨ ਤੇਰੇ ਹੱਥ ਵਿੱਚ ਨਹੀਂ। ਤੇ ਸਤਿਗੁਰੂ ਕਹਿੰਦੇ ਵੀ ਇਹ ਜਿਹੜਾ ਜੀਵਨ ਵਾ, ਇਹਦੇ ਵਿੱਚ ਹੁਕਮ ਨੂੰ ਬੁੱਝ ਕਰਕੇ ਤੂੰ ਸਿਮਰਨ ਭਜਨ ਕਰ, ਤੂੰ ਹੁਕਮ ਦੇ ਵਿੱਚ ਆਪਣਾ ਜੀਵਨ ਬਸਰ ਕਰ, ਜਿਸ ਕਰਕੇ ਤੇਰੀ ਸਮਾਈ ਹੋ ਜਾਵੇ ਪਰਮੇਸ਼ਰ ਦੇ ਵਿੱਚ। ਪੂਰੇ ਗੁਰ ਤੇ ਸਾਜ ਕਮਾਵੇ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ ਕਿ ਜੇ ਪੂਰੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਪਵੇ, ਅਧੂਰੇ ਨਹੀਂ, ਅਧੂਰੇ ਕਈ ਸੰਸਾਰ ਤੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਆ। ਮਹਾਰਾਜ ਨੇ ਇੱਥੇ ਪੂਰੇ ਗੁਰੂ ਦੀ ਗੱਲ ਕੀਤੀ ਆ, ਕਹਿਣ ਲੱਗੇ ਸਿੱਧੋ, ਜੇ ਪੂਰੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਤੇ ਪੂਰੇ ਗੁਰੂ ਦਾ ਸੱਚਾ ਉਪਦੇਸ਼ ਲਵੇ। ਅਧੂਰਿਆਂ ਨੇ ਸੰਸਾਰ ਤੇ ਕਈ ਦੁਕਾਨਾਂ ਖੋਲੀਆਂ ਹੋਈਆਂ ਆਪਣੀਆਂ, ਉਹ ਆਪ ਵੀ ਡੁੱਬਣਗੇ, ਆਪਣੇ ਚੇਲਿਆਂ ਸੇਵਕਾਂ ਨੂੰ ਵੀ ਡੁੱਬਣਗੇ ਸੰਸਾਰ ਸਮੁੰਦਰ ਦੇ ਵਿੱਚ, ਗੋਤੇ ਖਾਣਗੇ ਆਪ ਵੀ ਤੇ ਨਾਲ ਹੀ ਉਹਨਾਂ ਦੇ ਚੇਲੇ, ਕਿਉਂਕਿ ਉਹ ਗੁਰੂ ਵੀ ਕੱਚੇ ਆ, ਉਹਨਾਂ ਦੇ ਚੇਲੇ ਵੀ ਕੱਚੇ ਆ। ਤੇ ਮਹਾਰਾਜ ਸਾਹਿਬ ਜੀ ਨੇ ਦੱਖਣੀ ਓੰਕਾਰ ਬਾਣੀ ਵਿੱਚ ਹੀ ਫਰਮਾਇਆ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ, ਕਾਚੇ ਗੁਰ ਤੇ ਮੁਕਤ ਨਾ ਹੁਆ,
ਜਿਹਦਾ ਗੁਰੂ ਕੱਚਾ ਹੈ, ਕੱਚੇ ਗੁਰੂ ਦੇ ਕੋਲੋਂ ਮੁਕਤੀ ਨਹੀਂ ਮਿਲਦੀ। ਕੱਚਾ ਗੁਰੂ ਆਪਣੇ ਸੇਵਕ ਦੇ ਜੰਮਣ ਮਰਨ ਨਹੀਂ ਕੱਟ ਸਕਦਾ, ਬੰਧਨ ਨਹੀਂ ਕੱਟ ਸਕਦਾ। ਇਸ ਕਰਕੇ ਪੂਰੇ ਗੁਰ ਤੇ ਸਾਚ ਕਮਾਵੇ, ਪੂਰੇ ਗੁਰੂ ਦੀ ਸ਼ਰਨ ਪਵੇ, ਪੂਰੇ ਗੁਰੂ ਦਾ ਉਪਦੇਸ਼ ਲਵੇ ਤੇ ਸੱਚੇ ਨਾਮ ਨੂੰ ਲੈ ਕੇ ਫਿਰ ਉਹਦੀ ਕਮਾਈ ਕਰੇ। ਗਤ ਮਿਤ ਸਬਦੇ ਪਾਈ। ਫਿਰ ਵਾਹਿਗੁਰੂ ਪਰਮੇਸ਼ਰ ਦੀ ਗਤ ਪ੍ਰਾਪਤੀ ਦੀ ਮਿਤ ਜੋ ਮਰਿਆਦਾ ਹੈ ਪੂਰੇ ਗੁਰੂ ਦੇ ਸ਼ਬਦ ਦੁਆਰਾ ਪਾਈ ਜਾਂਦੀ ਹੈ, ਉਪਦੇਸ਼ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਦੀ ਪ੍ਰਾਪਤੀ। ਆਦਿਕ ਬਿਸਮਾਦ ਵਿਚਾਰ ਕਥੀਲੇ। ਹੁਣ 21ਵੀਂ ਪੌੜੀ ਵਿੱਚ ਜਿਹੜੇ ਸਵਾਲ ਸਿੱਧਾ ਨੇ ਕੀਤੇ ਸੀ ਨਾ, ਆਦਿਕ ਕਵਣ ਵਿਚਾਰ ਕਥੀਲੇ, ਸੁਨ ਕਹਾ ਘਰ ਵਾਸੋ, ਗਿਆਨ ਕੀ ਮੁਦਰਾ ਕਵਣ ਕਥੀਲੇ, ਘਟ ਘਟ ਕਵਣ ਨਿਵਾਸੋ, ਕਾਲ ਕਾ ਠੀਂਗਾ ਕਿਉ ਜਲਾਈ ਅਲੇ। ਇਹ ਸਵਾਲ ਕੀਤੇ ਸੀ। ਕਿਉਂ ਨਿਰਭਉ ਘਰ ਜਾਈਐ, ਸਤ ਸੰਤੋਖ ਕਾ ਆਸਣ ਜਾਣੈ, ਕਿਉ ਛੇਦੇ ਬੈਰ ਆਈਐ। ਇਹ ਸਵਾਲ ਕੀਤੇ ਸਨ। ਹੁਣ 23ਵੀਂ ਪੌੜੀ ਵਿੱਚ ਉਹਨਾਂ ਸਵਾਲਾਂ ਦੇ ਜਵਾਬ ਇੱਥੇ ਮਹਾਰਾਜ ਸਾਹਿਬ ਜੀ ਦੇ ਰਹੇ। ਸਤਿਗੁਰੂ ਕਹਿੰਦੇ, ਸਿੱਧੋ ਜਿਸ ਵੇਲੇ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਆਦ ਦੇ ਵਿੱਚ, ਆਰੰਭ ਦੇ ਵਿੱਚ ਦਾ ਜੋ ਵਿਚਾਰ ਹੈ, ਆਦ ਕਉ ਬਿਸਮਾਦ ਵਿਚਾਰ ਕਥੀਲੇ, ਉਦੋਂ ਦਾ ਵਿਚਾਰ ਜਿਹੜਾ ਉਹ ਤਾਂ ਅਸਚਰਜ ਸਰੂਪ ਹੀ ਕਥਨ ਕੀਤਾ ਜਾਂਦਾ ਹੈ, ਕਿਉਂਕਿ ਉਸ ਮੌਕੇ ਤੇ ਹੋਰ ਕੁਝ ਨਹੀਂ ਸੀ। ਉਦੋਂ ਤਾਂ ਅਸਚਰਜ ਹੀ ਉਦੋਂ ਦੀ ਕਥਾ ਹੈ। ਉਹ ਆਰੰਭ ਵਾਲਾ ਜਿਹੜਾ ਵਿਚਾਰ ਹੈ ਉਸ ਮੌਕੇ ਤੇ ਤਾਂ ਉਹ ਅਸਚਰਜ ਸਰੂਪ, ਬਿਸਮਾਦ ਸਰੂਪ ਪਰਮੇਸ਼ਰ ਆਪ ਹੀ ਸੀ। ਸੁਨ ਨਿਰੰਤਰ ਵਾਸ ਲਿਆ। ਕਿਉਂਕਿ ਹੋਰ ਰਚਨਾ ਤਾਂ ਰਚੀ ਨਹੀਂ ਸੀ ਪਰਮੇਸ਼ਰ ਨੇ ਆਦ ਦੇ ਵਿੱਚ, ਤਾਂ ਉਸ ਵੇਲੇ ਉਹ ਫੁਰ ਸਰੂਪ ਆਪ ਹੀ ਸੀ। ਨਿਰੰਤਰ ਇੱਕ ਰਸ ਸਾਰੇ ਪਾਸੇ ਉਹਨੇ ਆਪ ਹੀ ਵਾਸਾ ਲਿਆ ਹੋਇਆ ਸੀ। ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਸੁਨ ਅਫੁਰ ਸਮੋਰ ਸਰੂਪ ਪਰਮੇਸ਼ਰ ਜਿਹੜਾ ਉਹ ਆਪ ਹੀ ਸੀ, ਉਸ ਵੇਲੇ ਸਮਾਧੀ ਲਾ ਕੇ ਬੈਠਾ ਹੋਇਆ। ਅਫੁਰ ਸਰੂਪ ਪਰਮੇਸ਼ਰ ਨੇ ਆਪ ਹੀ ਸਾਰੇ ਪਾਸੇ ਨਿਰੰਤਰ ਇੱਕ ਰਸ ਵਾਸਾ ਲਿਆ ਹੋਇਆ ਸੀ। ਤੇ ਉਸ ਮੌਕੇ ਦਾ ਜਿਹੜਾ ਵਿਚਾਰ ਹੈ, ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਦਾ ਵਿਚਾਰ, ਉਹ ਤਾਂ ਮਹਾਰਾਜ ਕਹਿੰਦੇ ਅਸਚਰਜ ਹੀ ਹੈ, ਉਹਦੇ ਬਾਰੇ ਕੁਝ ਕਿਹਾ ਹੀ ਨਹੀਂ ਜਾ ਸਕਦਾ। ਉਹ ਤਾਂ ਹੈਰਾਨੀਜਨਕ ਹੀ ਹੈ, ਅਸਚਰਜ ਹੀ ਹੈ। ਵਿਸਮਾਦ ਐਸਾ ਜੋ ਵਿਚਾਰ ਹੈ ਉਸ ਮੌਕੇ ਤੇ ਸੁਨ ਅਫੁਰ ਸਰੂਪ ਪਰਮੇਸ਼ਰ ਨੇ ਆਪ ਹੀ ਇੱਕ ਰਸ ਵਾਸਾ ਲਿਆ ਹੋਇਆ ਸਭ ਪਾਸੇ। ਅਕਲ ਪਤ ਮੁਦਰਾ ਗਿਆਨ ਗੁਰ ਗਿਆਨ ਵਿਚਾਰੀ ਅਲੇ। ਫਿਰ ਇਸੇ ਤਰ੍ਹਾਂ ਸਿੱਧਾ ਨੇ ਸਵਾਲ ਕੀਤਾ ਸੀ, ਗਿਆਨ ਕੀ ਮੁਦਰਾ ਕਵਣ ਕਥੀ ਅਲੇ, ਵੀ ਗਿਆਨ ਦੀ ਨਿਸ਼ਾਨੀ ਕੀ ਹੈ, ਗਿਆਨ ਪ੍ਰਾਪਤ ਹੋਣ ਦਾ ਚਿੰਨ੍ਹ ਕੀ ਹੈ। ਤਾਂ ਸਤਿਗੁਰੂ ਕਹਿੰਦੇ ਵੀ ਗਿਆਨ ਦੀ ਮੁਦਰਾ ਜਿਹੜੀ ਹੈ ਨਾ, ਨਿਸ਼ਾਨੀ ਹੋਏ ਹੈ ਅਕਲਪਤ ਮੁਦਰਾ, ਵੀ ਕਲਪਨਾ ਤੋਂ ਰਹਿਤ ਹੋ ਜਾਣਾ। ਗੁਰੂ ਸਾਹਿਬ ਜੀ ਦਾ ਗਿਆਨ ਜਿਸ ਨੂੰ ਪ੍ਰਾਪਤ ਹੋਇਆ ਉਹਦੀਆਂ ਕਲਪਨਾ ਮੁੱਕ ਜਾਂਦੀਆਂ, ਉਹ ਕਲਪਨਾ ਤੋਂ ਰਹਿਤ ਹੋ ਜਾਂਦਾ। ਕੋਈ ਕਲਪਨਾ ਨਹੀਂ ਰਹਿ ਜਾਂਦੀ, ਕੋਈ ਫੁਰਨੇ ਨਹੀਂ ਰਹਿ ਜਾਂਦੇ। ਕਲਪਨਾ ਤੋਂ ਰਹਿਤ ਜੋ ਨਿਸ਼ਾਨੀ ਹੈ ਗੁਰ ਗਿਆਨ ਵਿਚਾਰੀ ਵਾਲੇ, ਜੋ ਗੁਰੂ ਸਾਹਿਬ ਜੀ ਦਾ ਗਿਆਨ ਦੀ ਵਿਚਾਰ ਕਰਨੀ ਹੈ, ਗੁਰੂ ਕੇ ਗਿਆਨ ਵਿਚਾਰ ਦੁਆਰਾ ਕਲਪਨਾ ਤੋਂ ਰਹਿਤ ਹੋਣਾ, ਇਹੀ ਨਿਸ਼ਾਨੀ ਹੈ। ਘਟ ਘਟ ਸਾਚਾ ਸਰਬ ਜੀਆ। ਫਿਰ ਸਿੱਧਾ ਨੇ ਆਖਿਆ ਸੀ, ਘਟ ਘਟ ਕਵਣ ਨਿਵਾਸੋ, ਘਟਾ ਘਟਾਂ ਵਿੱਚ ਕਿਸ ਦਾ ਵਾਸਾ ਹੈ। ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿੰਦੇ, ਸਿੱਧੋ ਸਾਰੇ ਘਟਾ ਘਟਾਂ ਦੇ ਵਿੱਚ, ਸਰੀਰਾਂ ਦੇ ਵਿੱਚ, ਚਾਰੇ ਖਾਣੀਆਂ ਦੇ ਵਿੱਚ, ਘਟਾਂ ਘਟਾਂ ਦੇ ਵਿੱਚ, ਹਿਰਦਿਆਂ ਦੇ ਵਿੱਚ, ਸਰੀਰਾਂ ਦੇ ਵਿੱਚ, ਸਭ ਪਾਸੇ ਸਾਚਾ ਸਰਬ ਜੀਆ, ਸਾਰੇ ਜੀਆਂ ਦੇ ਅੰਦਰ ਉਹ ਸਰਬ ਥਾਵਾਂ ਦੇ ਉੱਤੇ ਸੱਚਾ ਪਰਮੇਸ਼ਰ ਹੀ ਵਸਿਆ ਹੋਇਆ। ਸੱਚੇ ਨੇ ਘਟਾ ਘਟਾਂ ਵਿੱਚ ਵਾਸਾ ਲਿਆ ਹੋਇਆ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਸਾਰੇ ਪਾਸੇ ਇੱਕ ਵਾਹਿਗੁਰੂ ਦਾ ਹੀ ਵਾਸਾ, ਇੱਕੇ ਦੀ ਜੋਤ ਸਰਬ ਵਿਆਪਕ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਇਸ ਕੈ ਚਾਨਣ ਸਭ ਮਹਿ ਚਾਨਣ ਹੋਏ। ਉਹ ਪ੍ਰਭੂ ਹੀ ਸਭ ਪਾਸੇ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਧਰਨ ਮਾਹੇ ਆਕਾਸ ਪਇਆਲ, ਸਰਬ ਲੋਕ ਪੂਰਨ ਪ੍ਰਤਿਪਾਲ। ਬਣ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੇ, ਪੌਣ ਵਿੱਚ ਵੀ, ਪਾਣੀ ਵਿੱਚ ਵੀ, ਅਗਨੀ ਵਿੱਚ ਵੀ ਪ੍ਰਭੂ ਦਾ ਹੀ ਵਾਸਾ, ਉਹ ਸੱਚੇ ਦਾ ਹੀ ਵਾਸਾ ਸਭ ਪਾਸੇ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ
ਦਹਿ ਦਿਸੇ ਸਮਾਹੇ, ਚੌਹਾਂ ਕੁੰਟਾਂ ਵਿੱਚ, ਉੱਤਰ ਦੱਖਣ ਪੂਰਬ ਪੱਛਮ, 10 ਦਿਸ਼ਾਵਾਂ ਦੇ ਵਿੱਚ, ਸਾਰੀਆਂ ਖਾਣੀਆਂ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਹੀ ਵਸਿਆ ਹੋਇਆ ਹੈ, ਸੱਚਾ ਹੀ ਵਸਿਆ ਹੋਇਆ ਹੈ। ਪੌਣ ਪਾਣੀ ਬੈ ਸੰਤਰ ਮਾਹੇ, 4 ਕੁੰਟ ਦਹਿ ਦਿਸੇ ਸਮਾਹੇ, ਤਿਸ ਤੇ ਭਿੰਨ ਨਹੀਂ ਕੋ ਠਾਉ, ਉਹਦੇ ਤੋਂ ਵੱਖਰਾ ਕੋਈ ਥਾਂ ਵੀ ਨਹੀਂ ਹੈ। ਕੋਈ ਐਸਾ ਥਾਂ ਨਹੀਂ ਵੀ ਜਿੱਥੇ ਉਹ ਨਾ ਵਸਿਆ ਹੋਵੇ। ਗੁਰ ਪ੍ਰਸਾਦ ਨਾਨਕ ਸੁਖ ਪਾਉ, ਪਰ ਗੁਰੂ ਦੀ ਕਿਰਪਾ ਨਾਲ ਉਹ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਉਸ ਦੀ ਸਮਝ ਗੁਰੂ ਕੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ, ਜੋ ਸਾਰੇ ਪਾਸੇ ਵਿਆਪਕ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ, ਜੋ ਜੰਗਲਾਂ ਵਿੱਚ ਵੀ ਵਿਆਪਕ ਹੈ, ਜਲਾਂ ਥਲਾਂ ਵਿੱਚ ਵੀ, ਧਰਤੀ ਆਕਾਸ਼ ਵਿੱਚ ਵੀ। ਇੱਕੋ ਹੀ ਪਰਮੇਸ਼ਰ ਸਾਰੇ ਪਾਸੇ ਵਿਆਪਕ ਹੋ ਰਿਹਾ। ਜਲ ਥਲ ਮਹੀਲ ਪੂਰਿਆ, ਜਲ ਥਲ ਮਹੀਲ ਪੂਰਿਆ, ਜਲ ਥਲ ਮਹੀਲ ਪੂਰਿਆ, ਜਲ ਥਲ ਮਹੀਲ ਪੂਰਿਆ। ਸੁਆਮੀ ਸਿਰਜਨਹਾਰ, ਸੁਆਮੀ ਸਿਰਜਨਹਾਰ, ਸੁਆਮੀ ਸਿਰਜਨਹਾਰ, ਸੁਆਮੀ ਸਿਰਜਨਹਾਰ। ਅਨਕ ਭਾਂਤ ਹੋਏ ਪਸਰਿਆ, ਅਨਕ ਭਾਂਤ ਹੋਏ ਪਸਰਿਆ, ਅਨਕ ਭਾਂਤ ਹੋਏ ਪਸਰਿਆ, ਅਨਕ ਭਾਂਤ ਹੋਏ ਪਸਰਿਆ। ਨਾਨਕ ਏਕੰਕਾਰ, ਨਾਨਕ ਏਕੰਕਾਰ, ਨਾਨਕ ਏਕੰਕਾਰ, ਨਾਨਕ ਏਕੰਕਾਰ। ਉਹ ਇੱਕੋ ਹੀ ਪਰਮੇਸ਼ਰ, ਇੱਕ ਓੰਕਾਰ ਹੀ ਅਨਕ ਭਾਂਤ ਹੋ ਕਰਕੇ, ਅਨਕ ਰੂਪ ਹੋ ਕਰਕੇ ਸਾਰੇ ਪਾਸੇ ਫੈਲਿਆ ਹੋਇਆ ਹੈ। ਘਟ ਘਟ ਸਾਚਾ ਸਰਬ ਜੀਆ, ਸਾਰੇ ਜੀਵਾਂ ਜੰਤੂਆਂ ਦੇ ਵਿੱਚ ਇੱਕੋ ਹੀ ਸੱਚੇ ਪਰਮੇਸ਼ਰ ਨੇ ਆਪਣਾ ਵਾਸਾ ਕੀਤਾ ਹੋਇਆ ਹੈ। ਗੁਰ ਬਚਨੀ ਅਵਗਤ ਸਮਾਈਐ। ਫਿਰ ਸਿੱਧਾ ਨੇ ਆਖਿਆ ਸੀ, ਕਾਲ ਕਾ ਠੀਂਗਾ ਕਿਉਂ ਜਲਾਈ ਅਲੇ। ਤਾਂ ਉਹਦਾ ਉੱਤਰ ਦੇ ਰਿਹਾ, ਜਦੋਂ ਗੁਰੂ ਕੇ ਬਚਨਾਂ ਦੇ ਅਨੁਸਾਰੀ ਹੋ ਕਰਕੇ, ਜੋ ਵਿਅਕਤੀ ਸਰੂਪ ਤੋਂ ਰਹਿਤ ਅਵਗਤ, ਜੋ ਪ੍ਰਾਪਤ ਸਰੂਪ ਪਰਮੇਸ਼ਰ ਹੈ, ਉਹਦੇ ਵਿੱਚ ਜਦੋਂ ਸਮਾ ਜਾਈਏ, ਲੀਨ ਹੋ ਜਾਈਏ, ਤਤ ਨਿਰੰਜਨ ਸਹਿਜ ਲਹੈ। ਤੇ ਤਾਂ ਸਿੱਧੋ ਕਾਲ ਦਾ ਫਿਰ ਸੋਟਾ ਸਾੜ ਦਈਦਾ ਹੈ। ਫਿਰ ਕਾਲ ਦੀ ਸੱਟ ਨਹੀਂ ਸਹਾਰੀ ਦੀ ਹੈ। ਫਿਰ ਸਿੱਧਾ ਨੇ ਆਖਿਆ ਸੀ, ਕਿਉਂ ਨਿਰਭਉ ਘਰ ਜਾਈਐ। ਸੋ ਕਿਵੇਂ ਕਰਕੇ ਸੋ ਨਿਰਭਉ ਘਰ ਦੇ ਵਿੱਚ ਵਾਸਾ ਹੋ ਸਕਦਾ ਹੈ। ਤਾਂ ਉਹਦਾ ਉੱਤਰ ਦਿੰਦੇ ਆ ਗਰੀਬ ਨਵਾਜ ਸੱਚੇ ਪਾਤਸ਼ਾਹ, ਤਤ ਨਿਰੰਜਨ ਸਹਿਜ ਲਹੈ। ਮਹਾਰਾਜ ਕਹਿੰਦੇ ਵੀ ਜੋ ਤਤ ਹੈ ਨਾ ਨਿਰੰਜਨ, ਮਾਇਆ ਮੈਲ, ਅੰਜਨ ਨਾਮ ਹੈ ਕਾਲਖ ਦਾ, ਮਾਇਆ ਮੈਲ ਤੋਂ ਰਹਿਤ ਜੋ ਨਿਰੰਜਨ ਸੁੱਧ ਸਰੂਪ ਪਰਮੇਸ਼ਰ ਹੈ, ਤਤ ਸਿਧਾਂਤ ਸਰੂਪ, ਉਸ ਨੂੰ ਜਿਸ ਵੇਲੇ ਪ੍ਰਾਪਤ ਕਰੇ, ਸਹਿਜ ਅਡੋਲ ਅਵਸਥਾ ਦੇ ਵਿੱਚ ਜਦੋਂ ਟਿਕ ਜਾਵੇ, ਉਸ ਪ੍ਰਭੂ ਦੇ ਸਹਿਜ ਗਿਆਨ ਨੂੰ ਜਿਸ ਵੇਲੇ ਪ੍ਰਾਪਤ ਕਰ ਲਵੇ, ਤੇ ਤਾਂ ਫਿਰ ਨਿਰਭਉ ਘਰ ਜੋ ਹੈ ਨਾ, ਡਰ ਤੋਂ ਰਹਿਤ ਘਰ ਪਰਮੇਸ਼ਰ ਦੇ ਵਿੱਚ ਵਾਸਾ ਹੋ ਜਾਂਦਾ ਹੈ। ਨਾਨਕ ਦੂਜੀ ਕਾਰ ਕਰਨੀ ਸੇਵੈ। ਨਾਨਕ ਦੂਜੀ ਕਾਰ ਨਾ ਕਰਨੀ। ਤੋ ਸਤਿਗੁਰੂ ਗਰੀਬ ਨਵਾਜ ਕਹਿੰਦੇ ਹਨ ਕਿ ਭਾਈ ਇਹੀ ਕਾਰ ਹੈ, ਗੁਰੂ ਕੀ ਸਿੱਖਿਆ ਤੇ ਚੱਲੇ, ਪ੍ਰਭੂ ਦੀ ਭਗਤੀ ਕਰੇ। ਪ੍ਰਭੂ ਭਗਤੀ ਤੋਂ ਬਿਨਾ, ਗੁਰੂ ਉਪਦੇਸ਼ ਤੋਂ ਬਿਨਾ ਕੋਈ ਦੂਜੀ ਕਾਰ ਨਹੀਂ ਹੈ ਕਰਨ ਵਾਲੀ। ਹੋਰ ਕੋਈ ਦੂਜੀਆਂ ਕਾਰਾਂ ਨਾ ਕਰਦਾ ਫਿਰੇ। ਨਾਨਕ ਦੂਜੀ ਕਾਰ ਨਾ ਕਰਨੀ। ਆ ਦੂਜੀ ਪਰਮੇਸ਼ਰ ਦੀ ਭਗਤੀ ਨੂੰ ਛੱਡ ਕਰਕੇ, ਗੁਰੂ ਕੀ ਸਿੱਖਿਆ ਨੂੰ ਛੱਡ ਕਰਕੇ ਹੋਰ ਕੋਈ ਕਰਨ ਵਾਲੀ ਕਾਰ ਨਹੀਂ ਹੈ। ਸੇਵੈ ਸਿਖ ਸੋ ਖੋਜ ਲਹੈ। ਜਿਹੜਾ ਸਿੱਖ ਗੁਰੂ ਕੀ ਸੇਵਾ ਕਰੇਗਾ, ਉਹ ਫਿਰ ਗੁਰੂ ਕੇ ਸ਼ਬਦ ਦੇ ਵਿੱਚ ਜੁੜ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਖੋਜ ਪ੍ਰਾਪਤ ਕਰ ਲਵੇਗਾ। ਜੋ ਪ੍ਰਭ ਕੋ ਮਿਲਬੋ ਚਾਹੈ, ਖੋਜ ਸ਼ਬਦ ਮੈਂ ਲੇਹ, ਕਲਗੀਧਰ ਪਾਤਸ਼ਾਹ ਦਾ ਬਚਨ ਹੈ। ਤਾਂ ਉਹ ਸਿੱਖ ਵਾਹਿਗੁਰੂ ਜੀ ਦੀ ਖੋਜ ਕਰ ਲਵੇਗਾ ਸ਼ਬਦ ਨਾਲ ਜੁੜ ਕੇ, ਕਿਉਂਕਿ ਉਹ ਪ੍ਰਭੂ ਸਰਬ ਵਿਆਪਕ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵੈ ਪਰਮ ਤਤ ਹੈ, ਸਤਿਗੁਰ ਹੋਏ ਲਖਾਵੇ। ਸਤਿਗੁਰੂ ਜੀ ਜਣਾਉਂਦੇ ਹਨ, ਹੁਕਮ ਬਿਸਮਾਦ ਹੁਕਮ ਪਛਾਣੈ। ਮਹਾਰਾਜ ਕਹਿੰਦੇ ਵਾਹਿਗੁਰੂ ਦਾ ਹੁਕਮ ਬਿਸਮਾਦ ਹੈ, ਅਸਚਰਜ ਸਰੂਪ ਹੈ। ਹੁਕਮ ਕਹਿਣ ਕਥਨ ਵਿੱਚ ਨਹੀਂ ਆਉਂਦਾ, ਨਾ ਇਹ ਹੁਕਮ ਸਾਰਾ ਸਮਝਿਆ ਜਾਂਦਾ। ਹੁਕਮ ਦੇ ਅੱਗੇ ਤਾਂ ਸੀਸ ਹੀ ਝੁਕਾਉਣਾ ਪੈਂਦਾ ਹੈ। ਉਹ ਹੁਕਮ ਬਿਸਮਾਦ ਅਸਚਰਜ ਸਰੂਪ ਹੈ। ਹੁਕਮ ਪਛਾਣੇ, ਉਸ ਹੁਕਮੀ ਦੇ ਹੁਕਮ ਨੂੰ
ਗੁਰੂ ਸਾਹਿਬ ਦੀ ਸ਼ਰਨ ਵਿੱਚ ਪੈ ਕਰਕੇ ਪਛਾਨਣਾ ਕਰੇ। ਜੀਵ ਜੁਗਤ ਸੱਚ ਜਾਣੈ ਸੋਈ। ਜਿੰਨੇ ਜੀਵ ਪਰਮੇਸ਼ਰ ਨੇ ਆਪਣੇ ਹੁਕਮ ਦੇ ਵਿੱਚ ਪੈਦਾ ਕੀਤੇ, ਉਹਨਾਂ ਜੀਵਾਂ ਦੀ ਜੋ ਜੀਵਨ ਦੀ ਜੁਗਤੀ ਹੈ, ਉਹਨਾਂ ਨੂੰ ਜੀਵਨ ਦੇਣ ਦੀ ਜੁਗਤੀ ਹੈ, ਉਹਨਾਂ ਨੂੰ ਖਾਣ ਪੀਣ ਨੂੰ ਪਹਿਨਣ ਨੂੰ ਦੇਣ ਦੀ ਜੋ ਜੁਗਤੀ ਹੈ, ਉਹਨਾਂ ਦੀ ਪਾਲਣਾ ਕਰਨ ਦੀ ਜੋ ਜੁਗਤ ਹੈ, ਸੱਚ ਜਾਣੈ ਸੋਈ। ਉਹ ਸੱਚ ਸਰੂਪ ਪਰਮੇਸ਼ਰ ਸੋਈ ਆਪ ਹੀ ਜਾਣਦਾ ਹੈ, ਜਿਸ ਨੇ ਸਾਰੇ ਜੀਵ ਪੈਦਾ ਕੀਤੇ, ਸਾਰਿਆਂ ਨੂੰ ਆਪਣੀ ਜੁਗਤ ਨਾਲ ਆਪਣੇ ਢੰਗ ਤਰੀਕੇ ਨਾਲ ਆਹਾਰ ਦਿੱਤਾ ਹੋਇਆ। ਜੇ ਸਮੁੰਦਰਾਂ 'ਚ ਪੈਦਾ ਕੀਤੇ ਉੱਥੇ ਵੀ ਪਾਲਣਾ ਕਰ ਰਿਹਾ, ਧਰਤੀ ਤੇ ਪੈਦਾ ਕੀਤੇ ਉੱਥੇ ਵੀ ਪਾਲਣਾ ਕਰ ਰਿਹਾ, ਪੱਥਰਾਂ ਪਹਾੜਾਂ 'ਚ ਪੈਦਾ ਕੀਤੇ, ਪਹਾੜਾਂ ਦੇ ਵਿੱਚ ਪੱਥਰ ਰੱਖੇ ਤੇ ਪੱਥਰਾਂ ਦੇ ਵਿੱਚ ਜੀਵ ਪੈਦਾ ਕੀਤੇ, ਉਹਨਾਂ ਦਾ ਵੀ ਉੱਥੇ ਭੋਜਨ ਆਪਣੀ ਜੁਗਤ ਨਾਲ ਆਪਣੇ ਢੰਗ ਤਰੀਕੇ ਨਾਲ ਪਹੁੰਚਾ ਰਿਹਾ ਹੈ। ਪਾਖਣ ਕੀਟ ਗੁਪਤ ਹੋਏ ਰਹਿਤਾ ਤਾ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੂ ਕੋ ਮਾਦਰੇ ਜੀ ਡਰਾਹੀ। ਸੈਲ ਪੱਥਰ ਮਹਿ ਜੰਤੇ ਉਪਾਏ ਤਾ ਕਾ ਰਿਜਕ ਆਗੈ ਕਰ ਧਰਿਆ। ਐਸਾ ਉਹ ਪਰਮੇਸ਼ਰ ਹੈ, ਜੀ ਜੁਗਤ ਸੱਚ ਜਾਣੈ ਸੋਈ। ਸਾਰੇ ਜੀਵਾਂ ਦੀ ਜੁਗਤੀ ਨੂੰ ਉਹ ਸੱਚਾ ਆਪ ਹੀ ਜਾਣਦਾ ਹੈ। ਐਸਾ ਜੋ ਪਰਮੇਸ਼ਰ ਹੈ, ਉਹਦਾ ਵਿਸਮਾਦ ਅਚਰਜ ਹੁਕਮ ਹੈ। ਗੁਰੂ ਕੀ ਸ਼ਰਨ ਵਿੱਚ ਪੈ ਕਰਕੇ ਉਸ ਹੁਕਮ ਨੂੰ, ਉਹ ਹੁਕਮੀ ਨੂੰ ਪਛਾਣੇ। ਆਪ ਮੀਟ ਨਿਰਾਲਮ ਹੋਵੈ। ਕਿਵੇਂ ਹੁਕਮ ਨੂੰ ਪਛਾਣ ਸਕਦਾ ਹੈ? ਮਹਾਰਾਜ ਕਹਿੰਦੇ ਵੀ ਆਪ ਮੇਟ, ਆਪਣੇ ਆਪ ਨੂੰ ਪਹਿਲਾਂ ਮੇਟੇ, ਹਉਮੈ ਨੂੰ ਮੇਟੇ, ਹੰਕਾਰ ਨੂੰ ਮੇਟੇ, ਆਪਣੇ ਆਪ ਨੂੰ ਮੇਟੇ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਸਾਰਿਆਂ ਦੀ ਚਰਨ ਧੂੜੀ ਹੋਣਾ, ਸਭ ਤੋਂ ਨੀਵੇਂ ਹੋਣਾ, ਇਹੀ ਢੰਗ ਹੈ ਆਪਣੇ ਆਪ ਨੂੰ ਮੇਟਣ ਦਾ। ਪਹਿਲਾਂ ਆਪਣੇ ਆਪ ਨੂੰ ਨੀਵਾਂ ਕਰੇ, ਮੇਟੇ, ਮੇਟ ਹੀ ਦਵੇ। ਮਹਾਰਾਜ ਕਹਿੰਦੇ ਆਪ ਮੇਟ, ਨਿਰਾਲਮ ਹੋਵੇ, ਫਿਰ ਅਸੰਗ ਹੋ ਜਾਵੇ, ਨਿਆਰਾ ਹੋ ਜਾਵੇ, ਸਭ ਨਾਲੋਂ ਵਿੱਚੇ ਰਹਿੰਦਿਆਂ ਹੋਇਆਂ ਵੱਖਰਾ ਹੋ ਜਾਵੇ, ਸੁਰਤ ਕਰਕੇ ਸ਼ਬਦ ਨਾਲ ਜੁੜ ਜਾਵੇ। ਸਰੀਰ ਕਰਕੇ ਪਰਿਵਾਰ ਦੇ ਵਿੱਚ ਹੈ, ਪਦਾਰਥਾਂ ਦੇ ਵਿੱਚ ਹੈ, ਪਰ ਸੁਰਤ ਕਰਕੇ ਸਭ ਤੋਂ ਵੱਖਰਾ ਹੈ। ਜਿਵੇਂ ਮੁਰਗਾਬੀ ਪਾਣੀ ਵਿੱਚ ਰਹਿੰਦੇ ਹੋਇਆਂ ਫਿਰ ਵੀ ਉਹਦੇ ਖੰਭ ਗਿੱਲੇ ਨਹੀਂ ਹੁੰਦੇ, ਫਿਰ ਵੀ ਉਹ ਡਾਰੀ ਮਾਰ ਜਾਂਦੀ ਹੈ। ਜਿਵੇਂ ਕਮਲ ਫੁੱਲ ਪਾਣੀ 'ਚ ਰਹਿੰਦਾ ਹੋਇਆ ਤਾਂ ਵੀ ਪਾਣੀ 'ਚ ਉੱਪਰ ਰਹਿੰਦਾ। ਪਦਾਰਥਾਂ ਵਿੱਚ, ਪਰਿਵਾਰ ਵਿੱਚ, ਸੰਸਾਰ ਵਿੱਚ ਰਹਿੰਦੇ ਹੋਇਆਂ ਤੇ ਅੰਦਰੋਂ ਸੁਰਤ ਕਰਕੇ ਸ਼ਬਦ ਨਾਲ ਜੁੜਿਆ ਰਵੇ। ਐਸਾ ਨਿਰਾਲਮ ਨਿਆਰਾ ਅਸੰਗ ਹੋ ਜਾਵੇ। ਅੰਤਰ ਸਾਚ ਜੋਗੀ ਕਹੀਐ ਸੋਈ। ਜਿਸ ਦੇ ਅੰਦਰ ਇਹ ਸੱਚਾ ਗੁਰੂ ਦਾ ਉਪਦੇਸ਼ ਵਸ ਜਾਵੇ, ਸੱਚਾ ਨਾਮ ਵਸ ਜਾਵੇ, ਸਿੱਧੋ ਜੋਗੀ ਕਹੀਐ ਸੋਈ। ਉਸ ਨੂੰ ਜੋਗੀ ਕਿਹਾ ਜਾ ਸਕਦਾ, ਉਸ ਨੂੰ ਪ੍ਰਭੂ ਦੀ ਪ੍ਰਾਪਤੀ ਹੁੰਦੀ। ਉਹ ਫਿਰ ਜੁੜ ਜਾਂਦਾ ਵਾਹਿਗੁਰੂ ਜੀ ਦੇ ਨਾਲ, ਪਰਮੇਸ਼ਰ ਨਾਲ ਜੁੜ ਜਾਂਦਾ, ਅੰਦਰੋਂ ਜੁੜ ਜਾਂਦਾ। ਤੇ ਸਤਿਗੁਰੂ ਕਹਿੰਦੇ ਜਿਹਦੇ ਅੰਦਰ ਸੱਚਾ ਵਸ ਜਾਵੇ ਉਸੇ ਨੂੰ ਜੋਗੀ ਕਿਹਾ ਜਾ ਸਕਦਾ। ਇਹ ਮਹਾਰਾਜ ਸਾਹਿਬ ਜੀ ਨੇ 21ਵੀਂ ਪੌੜੀ ਦੇ ਜਿਹੜੇ ਉੱਤਰ ਸੀ, ਉਹ ਅੱਗੇ 23ਵੀਂ ਪੌੜੀ ਵਿੱਚ ਜਾ ਕੇ ਬਖਸ਼ਿਸ਼ ਕੀਤੇ। ਸਤਿਗੁਰਾਂ ਦੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ, ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣਿਆ ਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਹੁਕਮ ਬਿਸਮਾਦ ਹੁਕਮ ਪਛਾਣੈ, ਜੀ ਜੁਗਤ ਸੱਚ ਜਾਣੈ ਸੋਈ। ਆਪ ਮੇਟ ਨਿਰਾਲਮ ਹੋਵੈ, ਅੰਤਰ ਸਾਚ ਜੋਗੀ ਕਹੀਐ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।